परदेसी सी ने तुहाडा स्वागत है जी। हफ्तावारी प्रोग्राम है। असीं हर मंडे नूं शाम के 4 तो लैके 5 बजे तक लाइव प्रोग्राम करते हैं जी, टोरंटो के टाइम मुताबक। ये ओपन फोरम है जी। असीं इहदे विच कुछ विषय लैके असीं आप भी आउंदे हां, बाकी जिहड़े कुछ तुसीं कोई डिस्कशन करनी चाहुंदे हो जरूर सानूं तुसीं मोस्ट वेलकम हो। तुहाडे साडा फोन नंबर तुसीं दे सकदे हो, किसी भी वेले कॉल कर सकदे हो। असीं एक्सपैक्ट भी करदे हो कि तुसीं सानूं कॉल करो, साडे नाल पार्टिसिपेशन करो। तो प्रोग्राम शुरू करन तो पहलां सब तो पहलां मैं स्वागत करदा जी लिदर साहब, तुहाडा स्वागत है जी। थैंक यू नाथ साहब। साडे प्रोग्राम दे नाल जुड़ चुके सारे ही सीनियर गभरू सीनियर मुटियारा ते उन्हां दे परिवार सारिਆਂ ਨੂੰ सत श्री अकाल, नमस्ते ते आदाब। लिदर साहब आप पिछली बार जिथे गल छड्डी सीगी ਉਹ ਆਪਾਂ ਪ੍ਰੋਪਰਟੀਜ਼ ਦੀ ਗੱਲ ਕਰ ਰਹੇ ਸੀਗੇ। ਹਾਂਜੀ ਹਾਂਜੀ ਹਾਂਜੀ। ਇੰਡੀਆ ਦੇ ਵਿੱਚ ਇਹ ਬਹੁਤ ਲੋਕਾਂ ਨਾਲ ਇਹ ਗੱਲ ਹੋਈ ਹੈ। ਆਪਾਂ ਕੁਛ ਇਸ ਤਰ੍ਹਾਂ ਸੀਗਾ ਕਿ ਖਾਸ ਕਰਕੇ ਜਿਹੜੇ ਹੁਣ ਤੋਂ 30-40 ਸਾਲ ਪਹਿਲਾਂ ਆਏ ਨੇ ਉਹਨਾਂ ਨੇ ਪਿੱਛੇ ਪ੍ਰਾਪਰਟੀਜ਼ ਬਹੁਤ ਬਣਾਈਆਂ ਨੇ, ਆਪਣੇ ਪਰਿਵਾਰਾਂ ਦੀ ਬੜੀ ਹੈਲਪ ਕੀਤੀ ਹੈ ਜੀ ਜੀ। ਤੇ ਹੁਣ ਜਦੋਂ ਕਿਤੇ ਪ੍ਰਾਪਰਟੀ ਲੈਣ ਦੀ ਉਹ ਗੱਲ ਕਰਦੇ ਆ ਤਾਂ ਉਹਨਾਂ ਨੂੰ ਜਿਹੜੀ ਮੇਨ ਗੱਲ ਹੈਗੀ ਆ, ਆਮ ਇਹ ਸਵਾਲ ਕੀਤਾ ਜਾਂਦਾ ਹੈ ਵੀ ਜੋ ਕੁਝ ਤੁਸੀਂ ਬਾਹਰ ਬਣਾਇਆ ਹੈ ਆਪਾਂ ਉਹ ਵੰਡ ਲੈਂਦੇ ਆ ਤੇ ਤੁਸੀਂ ਇੱਥੇ ਵਾਲਾ ਵੰਡ ਲਓ। ਹਾਲਾਂਕਿ ਜਿਹੜਾ ਪਿੱਛੇ ਬਣਿਆ ਠੀਕ ਹੈ, ਘਰਦਿਆਂ ਨੇ ਉਹਨਾਂ ਤੇ ਪੈਸੇ ਲਾ ਕੇ ਭੇਜਿਆ ਸੀਗਾ ਜੀ ਜੀ। ਜਿਹੜੀ ਪਿੱਛੇ ਬਹੁਤੀ ਕਮਾਈ ਬਣੀ ਜੋ ਕੁਝ ਪ੍ਰਾਪਰਟੀ ਬਣੀ ਹੈ ਉਹ ਪੈਸੇ ਇਧਰੋਂ ਗਏ ਨੇ। ਜੀ ਜੀ ਬਿਲਕੁਲ ਬਿਲकुल। ਠੀਕ ਹੈ ਨਾ। ਸੋ ਉਧਰ ਜਿਹੜੀ ਬਣਿਆ ਉਹ ਵੀ ਇਧਰੋਂ ਪੈਸੇ ਗਏ ਨੇ ਤੇ ਇਧਰ ਜਿਹੜਾ ਬਣਿਆ ਇਹ ਵੀ ਇੱਥੇ ਠੀਕ। ਸੋ ਹੁਣ ਜਦੋਂ ਇਹ ਗੱਲ ਹੁੰਦੀ ਹੈ ਤਾਂ ਕਈ ਵਾਰੀ ਅਗਲਾ ਕਹਿੰਦਾ ਵੀ ਭਤੀਜਿਆਂ ਨਾਲ ਗੱਲ ਕਰ ਲਓ, ਇਹਨਾਂ ਦੇ ਵੱਸ ਹੈ, ਠੀਕ, ਜਾਂ ਕਿਸੇ ਹੋਰ ਦੇ ਇਸ ਤਰ੍ਹਾਂ ਹੋ ਜਾਂਦੀ ਹੈ। ਮੈਂ ਮੇਰਾ ਆਪਣੇ ਜਿਹੜੇ ਸਰੋਤੇ ਹੈ, ਦਰਸ਼ਕ ਹੈ, ਉਹਨਾਂ ਨੂੰ ਵੀ ਇਹੀ ਸਵਾਲ ਆ ਵੀ ਜੇ ਕਿਸੇ ਨਾਲ ਜਿਹੀ ਗੱਲ ਹੋਈ ਹੋਵੇ ਤੁਹਾਨੂੰ ਆਪਦੀ ਨਾਂ ਦੱਸਣ ਦੀ ਕੋਈ ਜ਼ਰੂਰਤ ਨਹੀਂ ਹੈ ਜੀ। ਜੇ ਇਸ ਮਾਮਲੇ 'ਚ ਗੱਲ ਕਰਨੀ ਹੈ ਦੱਸਣਾ ਚਾਹੁੰਦੇ ਵੈਲਕਮ। ਜਾਂ ਕਿਸੇ ਹੋਰ ਨਾ ਹੋਈ ਹੋਵੇ, ਤੁਹਾਨੂੰ ਕੁਛ ਤਜਰਬਾ ਹੋਵੇ ਤੇ ਕਿਵੇਂ ਸੋਲਵ ਕੀਤੀ ਗਈ ਇਹ ਜੀ ਗੱਲ। ਲਿਦਰ ਸਾਹਿਬ ਤੁਹਾਨੂੰ ਕਿਵੇਂ ਲੱਗਦਾ ਵੀ ਇਹ ਘਟਨਾ ਇੱਕ ਤਾਂ ਮੇਰੇ ਖਿਆਲ ਪ੍ਰਾਪਰਟੀ ਦੀਆਂ ਕੀਮਤਾਂ ਪਿੱਛੇ ਬਹੁਤ ਵਧ ਗਈਆਂ ਨੇ ਜਿਹਦੇ ਕਰਕੇ ਇਹ ਸ਼ੁਰੂ ਹੋ ਗਿਆ। ਤੁਹਾਨੂੰ ਕਿਵੇਂ ਲੱਗਦਾ, ਕੀ ਕਹਿਣਾ ਚਾਹੋਗੇ ਤੁਸੀਂ ਇੱਥੇ? ਦੇਖੋ ਨੱਥ ਸਾਹਿਬ, ਇਸ ਤਰ੍ਹਾਂ ਆ ਕਿ ਮੈਨੂੰ ਵੀ ਇੱਥੇ 40-50 ਸਾਲ ਹੋ ਗਏ ਜੀ, ਤੇ ਹਰ ਇੱਕ ਬੰਦਾ ਜਿਹੜਾ ਵੀ ਇੱਥੇ ਆਉਂਦਾ ਆ ਉਹ ਪਹਿਲਾਂ ਤੇ ਪਿਛਲਾ ਜ਼ਰੂਰ ਉਹਨੂੰ ਪਿਛਲਖੋਰੀ ਹੁੰਦੀ ਆ, ਕਰਨਾ ਵੀ ਚਾਹੀਦਾ। ਜੇ ਪੇਰੈਂਟਸ ਹੁੰਦੇ ਆ ਜਾਂ ਭੈਣ ਭਰਾ ਤੁਹਾਡੇ ਹੁੰਦੇ ਆ, ਫਿਰ ਤੁਸੀਂ ਉੱਥੇ ਮਕਾਨ ਵੀ ਛੱਤ ਦਿਓ, ਜ਼ਮੀਨ ਵੀ ਖਰੀਦਿਓ ਤੇ ਫਿਰ ਉਹਨਾਂ ਨੂੰ ਇੱਥੇ ਵੀ ਸੱਦ ਦਿਓ। ਜਿਹੜੇ ਪਰਿਵਾਰਾਂ ਦੇ ਭਰਾ 2-4 ਇੰਡੀਆ ਰਹਿ ਜਾਂਦੇ ਆ, 1-2 ਇੱਥੇ ਆ ਜਾਂਦੇ ਆ, ਜ਼ਿਆਦਾ ਪ੍ਰੋਬਲਮਾਂ ਕ੍ਰੀਏਟ ਹੋ ਜਾਂਦੀਆਂ ਜਦੋਂ, ਜਿੱਦਾਂ ਤੁਸੀਂ ਕਿਹਾ ਵੀ ਕੀਮਤਾਂ ਜਦੋਂ ਵੱਧ ਜਾਂਦੀਆਂ, ਪ੍ਰਾਈਸ ਵੱਧ ਜਾਂਦੀ ਹੈ ਤੇ ਤੁਸੀਂ ਇੱਥੇ ਵੀ ਘਰ ਬਾਹਰ ਬਣਾਉਣੇ ਹੋਣੇ ਆ, ਪਿੱਛੇ ਵੀ ਬਣਾਉਣੇ ਆ। ਐਕਚੁਅਲੀ ਅਸੀਂ ਤਾਂ ਬਹੁਤ ਸਟਰਗਲ ਕਰਦੇ ਆ, ਜਿਹੜੀ ਸਾਡੇ ਟਾਈਮ ਦੀ ਜਨਰੇਸ਼ਨ ਆ ਜਾਂ ਸਾਡੇ ਹਾਣੀ ਪ੍ਰਵਾਣੀ ਆ। ਤੇ ਫਿਰ ਸਾਨੂੰ ਹੁਣ ਇਸ ਪੁਆਇੰਟ ਤੇ ਅਸੀਂ ਪਹੁੰਚ ਗਏ ਆ ਕਿ ਅਸੀਂ ਹੁਣ ਉਹਨਾਂ ਨੂੰ ਵੇਚਣਾ ਚਾਹੁੰਦੇ ਆ ਜਾਂ ਆਪਣਾ ਹਿੱਸਾ ਲੈ ਕੇ ਸਮੇਟਣਾ ਚਾਹੁੰਦੇ ਆ। ਪਰ ਇੱਥੇ ਪ੍ਰੋਬਲਮਾਂ ਖੜੀਆਂ ਹੋ ਜਾਂਦੀਆਂ, ਕੱਲੀਆਂ ਇਹ ਨਹੀਂ, ਇੱਕ ਹੋਰ ਪ੍ਰੋਬਲਮਾਂ ਵੀ ਆਉਂਦੀਆਂ, ਉਹਦੇ ਬਾਰੇ ਮੈਂ ਸੈਕੰਡ ਟਾਈਮ ਤੇ ਗੱਲ ਕਰਦਾ। ਪਹਿਲਾਂ ਇਹ ਨਿਬੇੜ ਲਈਏ ਆਪਣੀਆਂ ਪ੍ਰਾਪਰਟੀਆਂ ਦੀ। ਉਹ ਇਸ ਤਰ੍ਹਾਂ ਆ ਨੱਥ ਸਾਹਿਬ ਕਿ ਤੁਸੀਂ ਪਹਿਲਾਂ ਤੇ ਜਿਹੜਾ ਤੁਹਾਡਾ ਭਰਾ ਹੁੰਦਾ ਜਾਂ ਭੈਣ ਹੁੰਦੀ ਆ ਜਾਂ ਚਾਚੇ ਹੁੰਦੇ ਆ ਜਾਂ ਤਾਏ ਹੁੰਦੇ ਆ ਜਾਂ ਰਿਸ਼ਤੇਦਾਰ ਕੋਈ ਵੀ ਹੋਇਆ ਤੇ ਉਹਨਾਂ ਨੂੰ ਤੁਸੀਂ ਸੰਭਾਲਿਆ ਹੁੰਦਾ ਤੇ ਉਹ ਵੀ ਕਈ ਵਾਰੀ ਮਕਾਨਾਂ ਤੇ ਮਾੜਾ ਮੋਟਾ ਕਮਾਈ ਕਰ ਲੈਂਦੇ ਆ ਜਾਂ ਲਾ ਲੈਂਦੇ ਆ ਪੈਸੇ, ਕੋਈ ਨਾ ਕੋਈ ਚੀਜ਼ ਬਣਾ ਲੈਂਦੇ ਆ, ਟਿਊਬਵੈੱਲ ਲਾਏ ਹੁੰਦੇ ਆ, ਖਰਚੇ ਕਾਫੀ ਇੰਡੀਆ 'ਚ ਵੀ ਆ ਜਾਂਦੇ ਆ। ਪਰ ਜਦੋਂ ਤੁਸੀਂ ਇੱਥੋਂ ਜਾਂਦੇ ਆ ਨਾ, ਜਦੋਂ ਤੁਸੀਂ ਵੰਡਣੀ ਆ, ਫਿਰ ਉਹਨਾਂ ਨੂੰ ਉਹ ਐਕਸੈਪਟੇਬਲ ਨਹੀਂ ਹੁੰਦੀ ਕਿ ਉਹ ਇਸ ਤਰ੍ਹਾਂ ਸਮਝਦੇ ਆ ਕਿ ਇਹ ਹੁਣ ਸਾਡਾ ਆ, ਬਈ ਇਹਨਾਂ ਨੇ ਬਾਹਰ ਆਪਣਾ ਘਰ ਬਾਹਰ ਬਣਾ ਲਿਆ। ਜਦੋਂ ਵੰਡ ਵਡਾਈਆ ਹੁੰਦਾ ਉੱਥੇ ਆ ਕੇ ਆ ਪ੍ਰੋਬਲਮ ਆਉਂਦੀ ਜਿਹੜੀ ਤੁਸੀਂ ਮੈਂਸ਼ਨ ਕੀਤੀ ਆ। ਉਹ ਕਹਿੰਦੇ ਆ ਵੀ ਦੇਖੋ ਅਸੀਂ ਸਾਡੀ ਵੀ ਉਮਰ ਲੱਗ ਗਈ ਆ, ਇਹ ਤੁਹਾਡੀ ਪ੍ਰਾਪਰਟੀ ਸਾਂਭੀ ਹੋਈ ਆ, ਅਸੀਂ ਮਿੱਟੀ ਨਾਲ ਮਿੱਟੀ ਹੁੰਦੇ ਰਹੇ ਆ, ਤੁਸੀਂ ਵੀ ਜਾ ਕੇ ਮਿਹਨਤਾਂ ਕੀਤੀਆਂ, ਚਲੋ ਵੰਡਣਾ ਤਾਂ ਫਿਰ ਵੰਡ ਲਓ, ਉੱਥੇ ਵਾਲੀ ਵੀ ਵੰਡ ਲਓ ਤੇ ਇੱਥੇ ਵਾਲੀ ਵੀ ਵੰਡ ਲਓ। ਇਹ ਬੜੀ ਵੱਡੀ ਪ੍ਰੋਬਲਮ ਹੈਗੀ ਆ। ਸਾਰਿਆਂ ਨਾਲ ਤਾਂ ਨਹੀਂ, ਕੁਝ ਕੁ % ਲੋਕ ਹੈਗੇ ਜਿਨ੍ਹਾਂ ਨਾਲ ਇਹ ਪ੍ਰੋਬਲਮ ਆਉਂਦੀ ਆ। ਤੇ
ਦੂਸਰੀ ਗੱਲ ਇਹ ਆ ਵੀ ਜਿਹੜੇ ਹੁਣ ਕਈਆਂ ਲੋਕਾਂ ਨੇ ਆਪਣੇ ਪਲਾਟ ਲਏ ਹੁੰਦੇ ਆ ਦੂਜਿਆਂ ਸ਼ਹਿਰਾਂ ਦੇ ਵਿੱਚ, ਕੋਠੀਆਂ ਬਣਾਈਆਂ ਲਈਆਂ ਹੁੰਦੀਆਂ, ਉਹ ਰੈਂਟ ਕੀਤੀਆਂ ਹੁੰਦੀਆਂ। ਹੁਣ ਤੇ ਸਮਾਂ ਜਿੱਦਾਂ ਹੁਣ ਤੁਸੀਂ ਕਿਹਾ ਨਾ, ਸਮਾਂ ਇਦਾਂ ਦਾ ਆ ਗਿਆ ਕਿ ਇੰਡੀਆ ਦੇ ਵਿੱਚ ਅੱਗੇ ਮੈਨੇਜ ਕਰਨਾ ਸੌਖਾ ਸੀ। ਜਿੱਦਾਂ ਜਿੱਦਾਂ ਸਮਾਂ ਬੀਤਦਾ ਜਾਂਦਾ ਉਦਾਂ ਸਿਲਸਿਲੇ ਇਦਾਂ ਦੇ ਹੁੰਦੇ ਜਾਂਦੇ ਆ ਕਿ ਤੁਸੀਂ ਨਾ ਇੱਕ ਟਰਬਲ ਹੀ ਖਰੀਦਣ ਵਾਲੀ ਗੱਲ ਹੋ ਜਾਂਦੀ। ਜੇ ਤੁਸੀਂ ਕੋਰਟ ਕਾਰਡ ਦੇ ਮਾਮਲੇ 'ਚ ਪੈ ਗਏ ਨਾ, ਬੜੀ ਪ੍ਰੋਬਲਮ ਆਉਂਦੀ ਆ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕਿੱਥੋਂ ਬੋਲ ਰਹੇ ਹੋ ਜੀ? ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ? ਅਸੀਂ ਪਾਈਨ ਵੈਲੀ ਤੋਂ ਬੋਲਦੇ ਹਾਂ। ਹਾਂਜੀ, ਕੀ ਕਹਿਣਾ ਚਾਹੋਗੇ ਤੁਸੀਂ? ਇਹ ਸਾਨੂੰ ਪੌੜੀਆਂ 'ਚ ਦੀ ਪ੍ਰੋਬਲਮ ਆ, ਉੱਪਰ ਲੈਫਟ ਜਿਹੀ ਲਾਉਣੀ ਆ, ਉਹਦੇ ਬਾਰੇ ਕੋਈ ਨੰਬਰ ਲੈਣਾ ਸੀ। ਦੇਖੋ, ਉਹ ਤੁਹਾਨੂੰ ਅਸੀਂ ਦੇ ਤਾਂ ਸਕਦੇ ਪਰ ਇਸ ਵੇਲੇ ਨਹੀਂ ਹੈ। ਤੁਸੀਂ ਉਹ ਕਰੋ, ਪ੍ਰੋਗਰਾਮ ਤੋਂ ਬਾਅਦ ਇਸੇ ਨੰਬਰ ਤੇ ਫੋਨ ਕਰ ਲਿਓ ਜੀ, ਫਿਰ ਅਸੀਂ ਤੁਹਾਨੂੰ ਕੁਛ ਨਾ ਕੁਛ ਦੱਸ ਸਕਦੇ ਹਾਂ ਜੀ। ਹਾਂਜੀ, ਓਕੇ ਜੀ, ਥੈਂਕ ਯੂ ਜੀ। ਤੁਸੀਂ ਕੋਈ ਜਾਇਦਾਦ ਬਾਰੇ ਗੱਲ ਕਰਨੀ ਚਾਹੋਗੇ? ਜਿਹੜੀ ਅਸੀਂ ਟੌਪਿਕ ਸ਼ੁਰੂ ਕੀਤਾ ਜੀ, ਉਹਦੇ ਬਾਰੇ ਕੁਝ ਕਹਿਣਾ ਚਾਹੋਗੇ? ਕਾਹਦੇ ਬਾਰੇ ਜੀ? ਜਿਹੜਾ ਅਸੀਂ ਟੌਪਿਕ ਸ਼ੁਰੂ ਕੀਤਾ ਜੀ, ਵੀ ਜਾਇਦਾਦ ਲੋਕ ਪਿੱਛੇ ਵੀ ਬਣਾਉਂਦੇ ਆ, ਇੱਥੇ ਵੀ ਬਣਾਈ ਆ, ਜੋ ਕਿਤੇ ਵੰਡਣੀ ਹੁੰਦੀ ਆ, ਪ੍ਰੋਬਲਮ ਆਉਂਦੀ ਆ, ਤੁਸੀਂ ਕੋਈ ਇਹੋ ਜਿਹੀ ਗੱਲ ਕਿਸੇ ਦੀ ਸੁਣੀ ਹੋਵੇ ਜਾਂ ਤੁਹਾਨੂੰ ਕੋਈ ਆਈ ਹੋਵੇ, ਕਿਵੇਂ ਸੋਲਵ ਕੀਤੀ ਆ? ਕੁਛ ਹੈ ਤੁਹਾਨੂੰ ਕੋਈ ਕੁਝ ਕਹਿਣਾ ਚਾਹੋਗੇ? ਨਹੀਂ। ਓਕੇ ਜੀ, ਥੈਂਕ ਯੂ ਜੀ। ਤੇ ਫਿਰ ਆਪਾਂ ਜੇ ਕੋਠੀ ਹੋਵੇ ਜਾਂ ਨਾ ਵੀ ਹੋਵੇ, ਕੋਠੀ ਕੋਈ ਆਪਣਾ ਫਲੈਟ ਹੋਵੇ, ਹਾਂਜੀ, ਤੁਸੀਂ ਉਹ ਰੈਂਟ ਕਰ ਦਿੰਦੇ ਜੀ? ਹਾਂ, ਰੈਂਟ ਕਰ ਦਿੰਦੇ ਆ। ਚਲੋ ਉਹ ਕਿਰਾਇਆ ਵੀ ਜਮ੍ਹਾਂ ਕਰਾਈ ਜਾਂਦੇ ਆ, ਪਰ ਜਦੋਂ ਤੁਸੀਂ ਉਹਨੂੰ ਛਡਾਉਣਾ ਹੋਵੇ ਨਾ, ਕਈ ਵਾਰੀ ਬੜੀਆਂ ਪ੍ਰੋਬਲਮ ਆ ਜਾਂਦੀਆਂ ਜੀ। ਹਾਂ, ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦਿੰਦਾ ਕਿ ਇੱਕ ਉੱਥੇ ਕੋਟੇਜ ਜਿਹਨੂੰ ਕਹਿੰਦੇ ਆ ਜਾਂ ਕਹਿ ਲਓ ਵਿਲਾ ਕਹਿੰਦੇ ਆ, ਤੇ ਮੈਂ ਮੋਹਾਲੀ ਉਹ ਐਵੇਂ ਲੈ ਲਿਆ ਜੀ। ਤੇ ਉਹ ਮੈਂ ਰੈਂਟ ਕੀਤਾ ਸੀ, ਲੀਜ਼ ਵੀ ਬਣੀ ਹੋਈ ਸੀ। ਹਾਂਜੀ। ਤੇ ਮੈਂ ਉਹ ਜਿਹੜਾ ਉਹਨੂੰ ਗਿਆ, ਮੈਂ ਕਿਹਾ ਵੀ ਖਾਲੀ ਕਰਾਉਣਾ ਆ ਤੇ ਤੈਨੂੰ ਮੈਂ ਨੋਟਿਸ ਦੇ ਦਿੰਦਾ। ਮੈਂ ਮਹੀਨੇ ਦਾ ਨੋਟਿਸ ਦਿੱਤਾ, ਉਹਨੂੰ ਸਾਈਨ ਵੀ ਕਰਤੇ। ਹਾਂਜੀ। ਤੇ ਉੱਦਾਂ ਕਵੇ ਮੈਨੂੰ 6 ਮਹੀਨੇ ਰਹਿਣ ਦਿਓ, ਮੈਂ ਕਿਹਾ ਵੀ ਨਹੀਂ, ਮੇਰੇ ਤੋਂ ਕਿਹੜਾ 6 ਮਹੀਨੇ ਨੂੰ ਆ ਹੋਣਾ ਨਾ। ਹਾਂਜੀ। ਤੇ ਉਹ ਕੁਛ ਟਾਈਮ ਲੰਘ ਗਿਆ, ਮੈਂ NRI ਵਾਲਿਆਂ ਦੇ ਗਿਆ। NRI ਇੱਕ ਉੱਥੇ ਥਾਣੇ ਬਣੇ ਆ, ਸਿਰਫ ਉਹ NRI ਦਾ ਸੁਣਦੇ ਆ, ਤੁਹਾਡੀ ਕੋਈ ਪ੍ਰੋਬਲਮ ਹੋਵੇ, ਤੁਹਾਡਾ ਕੋਈ ਮਸਲਾ ਹੋਵੇ। ਠੀਕ ਹੈ ਜੀ। ਤੇ ਉਹ NRI ਜਿਹੜਾ ਇੰਸਪੈਕਟਰ ਸੀਗਾ, ਉਹਨੇ ਉਹਨੂੰ ਕਾਲ ਕੀਤਾ 2-3 ਵਾਰੀ ਵੀ ਤੂੰ ਮੂਵ ਕਰ ਜਾ। ਤੇ ਉਹ ਸਿਵਲ ਕੋਰਟ ਦੇ ਵਿੱਚ ਚਲੇ ਗਏ। ਹਾਂਜੀ। ਉਹ ਕਹਿੰਦਾ ਵੀ ਮੈਨੂੰ ਜਿਹੜਾ ਨੋਟਿਸ ਦਿੱਤਾ ਉਹ ਲੀਗਲ ਨਹੀਂਗਾ। ਅੱਛਾ ਜੀ। ਲੀਗਲੀ ਇਹ ਹੁੰਦਾ, ਦੇਖੋ ਇਹਨਾਂ ਗੱਲਾਂ ਦਾ ਕਈਆਂ ਦਾ ਆਪਾਂ ਨੂੰ ਪਤਾ ਨਹੀਂ। ਹਾਂਜੀ, ਬਿਲਕੁਲ। ਹੁਣ ਆਪਾਂ ਇੱਥੇ ਤਾਂ ਨੋਟਿਸ ਦੇ ਦਿੰਦੇ ਆ, ਲਿਖ ਕੇ ਦੇ ਦਿੰਦੇ ਆ, ਉਹ ਸਾਈਨ ਕਰ ਦਿੱਤਾ ਤਾਂ ਐਕਨੋਲੇਜ ਹੋ ਗਈ ਵੀ ਹਾਂ ਉਹਨੂੰ ਮਿਲ ਗਿਆ ਨੋਟਿਸ ਜੀ। ਤੇ ਉਹ ਵਾਕਿਆ ਘੁੰਡੀ ਨਿਕਲੀ। ਉਹ ਕਹਿੰਦੇ ਵੀ ਜਦੋਂ ਤੁਸੀਂ ਨੋਟਿਸ ਦੇਣਾ ਕਿਸੇ ਨੂੰ, ਉਹ ਕੋਰਟ ਦੇ ਥਰੂ ਹੋਣਾ ਚਾਹੀਦਾ, ਅਦਾਲਤ ਵੱਲੋਂ ਜਾਏਗਾ, ਲੀਗਲੀ ਹੋਣਾ ਚਾਹੀਦਾ। ਬੰਦਾ ਲੈ ਕੇ ਜਾਏਗਾ, ਫੜਾ ਕੇ ਆਏਗਾ। ਰਾਈਟ। ਅੱਛਾ, ਚਲੋ ਉਹ ਹੁਣ ਉਧਰੋਂ ਆ ਗਿਆ ਕਰੋਨਾ। ਹਾਂਜੀ। ਤੇ ਹੁਣ 3-4 ਮਹੀਨੇ ਹੋ ਗਏ ਆ। ਹੁਣ ਮੇਰਾ ਖਿਆਲ ਉਹ ਮੇਰਾ ਲੋਇਰ ਕਹਿੰਦੀ ਸੀ, ਲੇਡੀ ਆ, ਉਹ ਕਹਿੰਦੀ ਹੁਣ ਦੂਜੇ ਲੋਇਰ ਨਾਲ ਗੱਲ ਹੋਈ ਆ। ਮੈਂ ਕਿਹਾ ਜਿਹੜੀਆਂ ਤੁਸੀਂ ਤਰੀਕਾਂ ਪਾ ਕੇ ਪੈਸੇ ਲੈਣੇ ਉਦਾਂ ਹੀ ਲੈ ਲਓ ਫੀਸ। ਠੀਕ ਹੈ। ਤੇ ਉਹ ਹੁਣ ਫੈਸਲਾ ਹੋ ਜਾਣਾ। ਪਰ ਮੇਰਾ ਮਤਲਬ ਦੇਖੋ, ਇਹ ਮੈਂ ਤਾਂ ਦੱਸਿਆ ਕਿ ਕਈ ਨਿੱਕੀਆਂ ਗੱਲਾਂ ਦਾ ਸਾਨੂੰ ਪਤਾ ਨਹੀਂ ਹੁੰਦਾ। ਹਾਂਜੀ, ਸਾਨੂੰ ਕਿਉਂਕਿ ਅਸੀਂ ਉੱਥੋਂ ਆਇਆ ਨੂੰ ਬਹੁਤ ਦੇਰ ਹੋ ਗਈ, ਸਾਨੂੰ ਉੱਥੋਂ ਦੇ ਸਾਰੇ ਸਿਸਟਮ ਦੇ ਵਿੱਚ ਹੁਣ ਉਨੀ ਜਾਣਕਾਰੀ ਨਹੀਂ ਹੈ, ਮੰਨੋ ਜਾਂ ਨਾ ਮੰਨੋ, ਕਿਉਂਕਿ ਅਸੀਂ ਉਹਦੇ ਨਾਲ ਇਨ ਟੱਚ ਨਹੀਂ ਹੈ। ਬਿਲਕੁਲ। ਇੱਕ ਜਿਹੜੇ ਹੁਣ ਤਾਂ ਇਦਾਂ ਦਾ ਸਮਾਂ ਹੋ ਗਿਆ ਕਿ ਮੈਂ ਇਹ ਵਾਰਨਿੰਗ ਕਰਦਾ ਸਾਰੇ NRI ਨੂੰ ਕਿ ਹੁਣ ਸਾਡੀ ਉਹ ਗੱਲ ਇੰਡੀਆ ਦੇ ਵਿੱਚ ਹੈ ਨਹੀਂ। ਬਿਲਕੁਲ ਠੀਕ ਆ। NRI ਨੂੰ ਹੁਣ ਹੁੰਦਾ ਫਲੈਟ ਵੀ ਲਿਆ ਹੁੰਦਾ, ਕਈ ਵਾਰੀ ਅਸੀਂ ਉਹਦਾ ਇੰਤਕਾਲ ਨਹੀਂ ਕਰਾਉਂਦੇ। ਜਦੋਂ ਤੁਸੀਂ ਇੰਤਕਾਲ ਨਹੀਂ ਨਾ ਕਰਾਉਂਦੇ, ਉਹ ਤੁਹਾਡੇ ਨਾਂ ਤੇ ਨਹੀਂ ਚੜ੍ਹਦੀ। ਭਾਵੇਂ ਤੁਸੀਂ ਮਾਲਕ ਆ, ਤੁਸੀਂ ਵਿੱਚ ਵੀ ਰਹਿ ਰਹੇ ਆ, ਕੋਈ ਪ੍ਰੋਬਲਮ ਨਹੀਂ। ਪਰ ਉਹ ਜਦੋਂ ਤੁਸੀਂ ਵੇਚਣੀ ਆ, ਤੇ ਤੁਸੀਂ ਉਹ ਵੇਚ ਨਹੀਂ ਸਕਦੇ ਜਿੰਨਾ ਚਿਰ ਇੰਤਕਾਲ ਨਹੀਂ ਉਹਦਾ ਹੁੰਦਾ। ਅਸੀਂ ਜਿਹੜਾ ਇੰਤਕਾਲ ਨਹੀਂ ਕਰਾਉਂਦੇ, ਉਹ ਚ ਕੋਈ ਸਾਨੂੰ ਫਾਈਨੈਂਸ਼ਲੀ ਪਹਿਲਾਂ ਕੋਈ ਫਾਇਦਾ ਹੁੰਦਾ ਵੀ ਸਾਡੇ ਕੋਈ ਫੀਸਾਂ ਘੱਟ ਲੱਗਣੀਆਂ? ਉਹਦਾ ਮਤਲਬ ਇਹ ਹੁੰਦਾ ਪੈਸੇ ਨਹੀਂ ਕਰਾਉਂਦੇ, ਉਹ ਪਟਵਾਰੀ ਨੂੰ ਮਿਲਣਾ ਪੈਂਦਾ, ਉਹਦੀ ਫੀਸ ਹੁੰਦੀ ਆ ਥੋੜੀ ਵਾਲੀ, ਉਹ ਦੇਣੀ ਪੈਂਦੀ ਆ। ਫਿਰ ਉਹ ਚੜ ਜਾਂਦੀ ਤੁਹਾਡੇ ਨਾਂ ਤੇ, ਤਾਂ ਤੁਸੀਂ ਉਹਦੀ ਫਰਦ ਲੈ ਸਕਦੇ। ਠੀਕ ਹੈ। ਤੇ ਜੇ ਰਜਿਸਟਰੀ ਹੋ ਗਈ ਆ, ਤੁਸੀਂ ਇੰਤਕਾਲ ਨਹੀਂ ਕਰਾਇਆ, ਉਹ ਤੁਹਾਡੇ ਨਾਂ ਤੇ ਨਹੀਂ ਚੜ੍ਹਨੀ ਉਹਨਾਂ ਚਿਰ,
ਭਾਵੇਂ ਤੁਹਾਡੇ ਕੋਲ ਰਜਿਸਟਰੀ ਹੈਗੀ ਆ। ਅੱਛਾ ਜੀ। ਹਾਂ, ਇਹ ਬੜਾ ਇੱਕ ਟੈਕਨੀਕਲ ਪੁਆਇੰਟ ਆ। ਹਾਂਜੀ। ਤੁਹਾਡੇ ਨਾਂ ਤੇ ਪਟਵਾਰੀ ਕੋ ਰਿਕਾਰਡ ਵਿੱਚ ਨਹੀਂ ਹੋਣੀ। ਉਹ ਤੁਹਾਨੂੰ ਫਰਦ ਨਹੀਂ ਦੇ ਸਕਦਾ। ਜਿੰਨਾ ਚਿਰ ਫਰਦ ਨਹੀਂ ਦਿੰਦਾ, ਫਰਦ ਤੋਂ ਬਿਨਾਂ ਤੁਸੀਂ ਵੇਚ ਨਹੀਂ ਸਕਦੇ। ਠੀਕ ਹੈ ਜੀ। ਜਿਹਨੇ ਲੈਣੀ ਉਹ ਕਹਿੰਦਾ ਵੀ ਫਰਦ ਦਿਖਾਲ, ਮੈਨੂੰ ਤੇਰੇ ਨਾਂ ਤੇ ਹੈਗੀ ਪ੍ਰਾਪਰਟੀ। ਹਾਂਜੀ। ਤੇ ਰਜਿਸਟਰੀ ਭਾਵੇਂ ਦਿਖਾ ਦੇ ਉਹਨੂੰ। ਠੀਕ ਹੈ। ਨਹੀਂ, ਉਹ ਕਹਿੰਦਾ ਫਰਦ ਲਿਆਓ। ਅੱਛਾ। ਪਟਵਾਰੀ ਤੋਂ ਫਰਦ ਲੈ ਕੇ ਆਓ ਵੀ ਤੁਹਾਡੇ ਨਾਂ ਤੇ, ਚਾਹੇ ਸ਼ਹਿਰ ਦਾ ਵੀ ਹੋਵੇ, ਫਿਰ ਵੀ ਉਹ ਫਰਦ ਚਾਹੀਦੀ ਆ। ਠੀਕ ਹੈ ਜੀ। ਹਾਂਜੀ। ਉਹ ਇਹ ਸਾਨੂੰ ਕਈ ਵਾਰੀ ਜਿਹੜੇ ਕਾਨੂੰਨੀ ਨੁਕਤੇ ਆ, ਹਾਂਜੀ, ਇਹਨਾਂ ਦਾ ਪਤਾ ਨਹੀਂ ਹੁੰਦਾ। ਅਸੀਂ ਵੈਸੇ ਲੱਦਰ ਸਾਹਿਬ ਹੁਣ ਹਾਲਾਤ ਇਹੋ ਜਿਹੇ ਪਹੁੰਚੇ ਹੋਏ ਨੇ, ਮੈਂ ਤਾਂ ਇਉਂ ਕਹਿਣਾ ਹੁੰਦਾ ਵੀ ਤੁਸੀਂ ਜਿਹੜੀ ਪ੍ਰਾਪਰਟੀ ਹੈ ਜੀ, ਤੁਹਾਡੀ ਉੱਥੇ ਹੋਣੀ ਚਾਹੀਦੀ ਜਿੱਥੇ ਤੁਸੀਂ ਰਹਿੰਦੇ ਹੋ। ਦੇਖੋ, ਹੁਣ ਤਾਂ ਮੈਂ ਵੀ ਇਸ ਨਤੀਜੇ ਤੇ ਪਹੁੰਚਿਆ, ਮੈਂ ਪਹਿਲਾਂ ਨਹੀਂ ਸੀ। ਨਹੀਂ, ਕਿਉਂਕਿ ਮੈਂ ਉਹਦਾ ਤੁਹਾਨੂੰ ਸਿੱਧਾ ਜਿਹਾ ਸੌਖਾ ਜਿਹਾ ਗੱਲ ਦੱਸਦਾ ਵੀ ਜੇ ਮੈਂ ਇੱਥੋਂ ਮੰਨ ਲਓ ਇੰਡੀਆ ਮੂਵ ਹੋਣਾ ਚਾਹੁੰਦਾ ਉਦੋਂ ਮੈਂ ਵੇਚ ਵੱਟ ਕੇ ਲੈ ਜਾਵਾਂ ਨਾਲ। ਠੀਕ, ਬਿਲਕੁਲ। ਜੇ ਮੈਂ ਪਹਿਲਾਂ ਕਹਿੰਦਾ ਮੈਂ ਉੱਥੇ ਬਣਾਉਣ ਲੱਗ ਜਾ ਮਗਰੋਂ ਜਾਣਾ, ਪਰ ਅੱਜ ਕੱਲ ਜਾਣਾ ਨਾ ਜਾਣਾ ਲੰਬੀ ਪਲੈਨਿੰਗ ਆ, ਸਮਟਾਈਮਸ ਇਹ ਵਰਕਆਊਟ ਨਹੀਂ ਕਰਦੀ। ਇਦਾਂ ਹੀ ਹੋਈ ਹੈ ਸਾਡੇ ਨਾਲ। ਮੈਂ ਤੇ ਈਵਨ ਰਿਟਾਇਰਮੈਂਟ ਨੂੰ ਵੇਟ ਕਰਦਾ ਸੀ, ਮੈਂ 6 ਮਹੀਨੇ ਰਿਹਾ ਕਰੂੰ ਉੱਥੇ, 6 ਮਹੀਨੇ ਇੱਥੇ। ਹਾਂਜੀ। ਪਰ ਇਟ ਡਿਡਨਟ ਵਰਕ ਆਊਟ। ਲਓ ਪਕਾ ਲੈ ਲਈਏ ਜੀ। ਹਾਂਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕਿੱਥੋਂ ਬੋਲ ਰਹੇ ਹੋ? ਮੈਂ ਐਡਮਿੰਟਨ ਤੋਂ ਬੋਲ ਰਿਹਾ ਜੀ, ਕਰਤਾਰ ਸਿੰਘ। ਸਤਿ ਸ਼੍ਰੀ ਅਕਾਲ ਕਰਤਾਰ ਸਿੰਘ ਜੀ, ਤੁਹਾਡਾ ਸਵਾਗਤ ਹੈ। ਕੀ ਕਹਿਣਾ ਚਾਹੁੰਦੇ ਹੋ? ਮੈਂ ਇੱਕ ਤਾਂ ਇਨਫੋਰਮੇਸ਼ਨ ਲੈਣੀ ਆ ਇਸ ਗੱਲ ਦੀ ਜੀ, ਮੈਂ ਸੀਨੀਅਰ ਸਿਟੀਜ਼ਨ ਆ ਤੇ ਮੇਰੀ ਪੈਨਸ਼ਨ ਇੰਡੀਆ ਚ। ਹਾਂਜੀ। ਤੇ ਉਹਦਾ ਜਿਹੜਾ ਲਾਈਫ ਸਰਟੀਫਿਕੇਟ ਆ ਉਹ ਬਾਕੀ ਆਲ ਇੰਡੀਆ ਚ ਤਾਂ ਨਵੰਬਰ ਚ ਜਾਂਦਾ, ਲੇਕਿਨ ਮੈਂ ਐਸੀ ਸਟੇਟ ਨਾਲ ਬਿਲੋਂਗ ਕਰਦਾ ਜਿਹੜਾ ਸਤੰਬਰ ਚ ਜਾਂਦਾ। ਉਹਦੀ ਵਜ੍ਹਾ ਇਹ ਕਿਉਂਕਿ ਮੇਰੀ ਪੈਨਸ਼ਨ ਸਤੰਬਰ ਐਂਡ ਸ਼ੁਰੂ ਹੋਈ। ਹਾਂਜੀ। ਤੇ ਹੁਣ ਆ ਕਰੋਨਾ ਕਰਕੇ ਸਾਡੇ ਇੱਥੇ ਤਾਂ ਇੰਡੀਅਨ ਐਮਬੈਸੀ ਹੈ ਕੋਈ ਨਹੀਂ ਜੀ। ਹਾਂਜੀ। ਐਡਮਿੰਟਨ ਵਿੱਚ ਜੀ ਆ। ਇਹਦੇ ਕੀ ਕਰੀਏ ਹੁਣ, ਕਿੱਥੇ ਨੂੰ ਜਾਈਏ, ਕਿਸ ਤਰ੍ਹਾਂ ਭੇਜੀਏ ਜੀ? ਓਕੇ, ਤੁਸੀਂ ਜਿਹੜਾ ਇਹਦਾ ਤੁਹਾਨੂੰ ਜਵਾਬ ਦਿੰਦੇ ਆ ਜੀ, ਜਿਹੜਾ ਤੁਸੀਂ ਸਾਡਾ ਟੌਪਿਕ ਚੱਲਦਾ ਹੈ ਤੇ ਕੁਝ ਕਹਿਣਾ ਚਾਹੋਗੇ? ਹਾਂਜੀ ਬਿਲਕੁਲ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਬਹੁਤ ਬੁਰੀ ਤਰ੍ਹਾਂ ਅਫੈਕਟਡ ਹੈ ਜੀ ਇਹਦੇ ਤੇ। ਸੌਰੀ, ਹਾਸਾ ਇਸ ਕਰਕੇ ਆ ਗਿਆ ਜੀ, ਆਪਾਂ ਸਾਰੇ ਇੱਕੋ ਹਮਾਮ ਚ ਹੀ ਆ। ਕੀ ਕਹਿਣਾ ਚਾਹੋਗੇ? ਮੈਂ ਤਾਂ ਪਹਿਲੀ ਗੱਲ ਤਾਂ ਇਹ ਜੀ, ਜਿਹੜਾ ਕਨਕਲੂਜਨ ਹੈ ਹੋਏ ਆ ਵੀ ਸਾਨੂੰ ਉੱਥੇ ਪ੍ਰਾਪਰਟੀ ਰੱਖਣ ਚ ਕੋਈ ਫਾਇਦਾ ਨਹੀਂ ਤੇ ਨਾ ਕੋਈ ਰੱਖੋ। ਬਿਲਕੁਲ ਸਹੀ ਗੱਲ। ਠੀਕ ਹੈ ਜੀ। ਉਹਦੀ ਵਜ੍ਹਾ ਇਹ ਆ ਜੀ ਵੀ ਨਾਲੇ ਤਾਂ ਜਿੰਨੀ ਵਾਰੀ ਜਾਓ ਉਨੀ ਵਾਰੀ ਪੈਸੇ ਦੇ ਕੇ ਆਓ, ਖਰਚ ਕੇ ਆਓ, ਸਮਝੌਤਾ ਕਰਕੇ ਆਓ ਜੀ। ਹੈ ਜੀ, ਜੋ ਕੁਛ ਕਮਾਈ ਹੁੰਦੀ ਆ ਨਾ ਉੱਥੋਂ ਕੁਛ ਦਿੰਦੇ ਆ ਨਾ ਕੁਛ ਨਹੀਂ। ਹੁਣ ਮੇਰੇ ਕੋਲ 2-3 ਮੋਟੀਆਂ ਜਿਹੀਆਂ ਗੱਲਾਂ ਆ। ਮੇਰੇ ਕੋਲ 21 ਏਕੜ ਜ਼ਮੀਨ ਸੀ ਜਦੋਂ ਮੈਂ ਇੱਥੇ ਆਇਆ। ਹਾਂਜੀ। ਫੈਮਿਲੀ ਡਿਵਾਈਡਡ ਸੀ 2 ਜਗ੍ਹਾ, ਇੱਥੇ ਵੀ ਤੇ ਇੰਡੀਆ 'ਚ ਵੀ। ਜੀ ਆ। ਉਹ ਜਿਹੜੇ ਗ੍ਰੈਂਡ ਸਨ ਆ ਉਹ ਪਕੜੇ ਸੀ, ਤੇ ਇੱਕ ਮੇਰੀ ਡਾਕਟਰ ਇਨ ਲਾ ਜਿਹੜੀ ਉਹ ਸੀ ਡਾਕਟਰ ਕਰਨੇ ਨੂੰ ਉੱਥੇ। ਠੀਕ ਹੈ ਜੀ। ਹੁਣ ਉਹ ਇਹ ਨਹੀਂ ਦੇਖ ਸਕਦੀ ਵੀ ਜ਼ਮੀਨ ਨੂੰ ਕਿਸ ਤਰ੍ਹਾਂ ਸੰਭਾਲੇ ਜਾਂ ਕੀ ਕਰੇ, ਮੈਨੂੰ ਹਰ ਸਾਲ ਜਾਣਾ ਪੈਂਦਾ। ਅੱਛਾ ਜੀ। ਤੁਸੀਂ ਹੁਣ ਦੇਖਦਾ ਵੀ ਉੱਥੇ 1 ਮਹੀਨਾ ਰਹਿਣਾ ਜਾਂ 2 ਮਹੀਨੇ ਰਹਿਣਾ, ਸਾਰੇ ਰਿਸ਼ਤੇਦਾਰਾਂ 'ਚ ਵੀ ਜਾਣਾ ਤੇ ਜੋ ਕੁਝ ਹੋਣਾ ਵੰਡ ਵਰਤਾ ਵੀ ਉੱਥੇ ਹੋ ਜਾਂਦਾ ਸੀ। ਜਿਹਦੇ ਜਾਓ ਉਹਦੇ 500 ਤਾਂ ਦੇਣਾ ਹੀ ਪੈਂਦਾ, 1000 ਦੇਣਾ ਹੀ ਪੈਂਦਾ। ਤੇ ਜਿਹਦੇ ਨਾ ਜਾਓ ਉਹਨਾਂ ਦੇ ਮੂਵਿੰਗ ਉਹਦੇ ਜੇ ਆ ਵੀ ਮੇਰਾ ਕਲੋਜ਼ ਦੋਸਤ ਸੀ, ਉਹਨੂੰ ਮੈਂ ਠੇਕੇ ਤੇ 3 ਸਾਲ ਲਈ ਰਹਿ ਰਿਹਾ। ਠੀਕ ਹੈ ਜੀ। ਮੈਂ ਕਿਹਾ ਵੀ ਤੂੰ ਏਦਾਂ ਕਰ, ਮੈਨੂੰ ਕੁਛ ਐਡਵਾਂਸ ਦੇ ਦਿਆ ਕਰ ਤੇ ਕੁਛ ਤੂੰ ਆਪਣੇ ਬਾਅਦ ਫਸਲ ਜਦੋਂ ਆਉਂਦੀ ਆ ਉਦੋਂ ਦੇ। ਗੰਨਾ ਮੇਰੇ ਉਸ ਏਰੀਏ 'ਚ ਮੇਰੀ, ਮੈਂ ਯੂਪੀ ਨਾਲ ਬਿਲੋਂਗ ਕਰਦਾ ਨਾ ਜੀ। ਠੀਕ ਹੈ ਜੀ। ਤੇ ਉਸ ਸੱਜਣ ਨੇ 3 ਸਾਲ ਦੇ ਵਿੱਚ ਮੈਨੂੰ ਦੇਣੇ ਦਾ ਕੀ ਸੀ, ਉਦੋਂ ਘਰੋਂ ਮੇਰੇ ਡਾਕਟਰ ਇਨ ਲਾ ਕੋਲੋਂ ਕਦੀ 200 ਲੈ ਜਾਏ, ਕਦੀ 100 ਲੈ ਜਾਏ, ਕਦੀ 500 ਲੈ ਜਾਏ। ਮੈਂ ਹੁਣੇ ਤੁਹਾਨੂੰ ਆ ਕੇ ਵਾਪਸ ਦੇਣਾ ਜੀ, ਉਹ ਕਰੂੰ ਆ ਕਰਦਾ। ਆਖਰ ਜਦੋਂ ਮੈਂ ਗਿਆ, ਉਹਦੀ ਲੜਕੀ ਦੀ ਮੈਰਿਜ ਸੀ, ਉਹਦੇ ਤੇ ਮੇਰੇ ਕੋਲ ਹੋਰ ਪੈਸੇ ਲੈ ਲਿਆ। ਠੀਕ ਹੈ ਜੀ। ਠੇਕਾ ਤਾਂ ਮੈਨੂੰ ਕੀ ਦੇਣਾ, ਪਿੱਛਾ ਕਰਨਾ ਜੋ ਕੁਝ ਉਹ ਤੋਂ ਹੋਰ ਲੈ ਲਿਆ। ਹਾਂਜੀ। ਗੱਲ ਮੁੱਕਦੀ ਇਹ ਹੋਈ ਜੀ 3 ਸਾਲ ਬਾਅਦ, ਜਦੋਂ ਉਹਨੇ ਮੈਨੂੰ ਕੁਛ ਨਹੀਂ ਦਿੱਤਾ, ਬਲਕਿ ਮੈਂ ਉਹਨੂੰ ਆਪਣੇ ਨਾਂ ਤੇ 1 ਲੱਖ ਰੁਪਇਆ ਲੋਨ ਹੋਰ ਲੈ ਕੇ ਤੇ ਦੇ ਆਇਆ ਬੈਂਕ ਤੋਂ। ਠੀਕ ਹੈ। ਤੂੰ ਵੱਤ ਤੇ ਜਦੋਂ ਪੇਮੈਂਟ ਆ ਉਦੋਂ ਜਮਾ ਕਰਾ ਜੀ। ਹਾਂਜੀ।
ਹਿਸਾਬ ਕਰਨ ਲੱਗੇ ਤੇ ਘੱਟ ਪੈਸਾ ਉਹਦੇ ਕੋਲ ਕੋਈ ਨਾ, ਜੋ ਕੁਝ ਦਿੱਤੇ ਲੈ ਸੀ ਉਹ ਵੀ, ਤੇ ਰੁਪਈਆ ਉਹਦੇ ਵੱਲ 2-2.5 ਲੱਖ ਦੇ ਕਰੀਬ ਨਿਕਲਦਾ ਸੀ। ਉਹਦਾ ਕੀ ਦੇਣਾ ਜੀ, ਉਹਦਾ ਬੰਦਾ ਹੋ ਗਿਆ ਜੀ। ਮੈਂ ਕਹਿੰਦਾ ਦੇਣਾ ਕੀ ਕਰਨਾ, ਤੁਸੀਂ ਕੀਤਾ ਨਹੀਂ, ਮੇਰੀ ਫਸਲ ਨਹੀਂ ਹੋਈ, ਮੇਰਾ ਕੁਝ ਨਹੀਂ ਹੋਇਆ। ਮੈਂ ਕਿਹਾ ਹੁਣ ਕੀ ਮਕਾਉਣਾ, ਬੈਠ ਕੇ ਗੱਲ ਕੀਤੀ। ਮੇਰੇ ਹੋਰ ਫਰੈਂਡ ਸੀ ਨਾਨਕਮਤਾ ਸਾਹਿਬ, ਉਹ ਵਿੱਚ ਸੀਗੇ, ਉਹ ਕਹਿੰਦੇ ਵੀ ਇਹ ਤਾਂ ਬੜੀ ਮਾੜੀ ਗੱਲ ਹੈ। ਬੈਠ ਕੇ ਗੱਲ ਹੋਈ ਤੇ ਮੈਨੂੰ ਕਹਿਣ ਲੱਗੇ ਵੀ ਚਲ ਜੋ ਕੁਛ ਤੂੰ ਇਹਨੂੰ ਦਿੱਤਾ ਉਹਦਾ ਛੱਡ ਇਹਨੂੰ ਹੁਣ ਸਾਰਾ, ਤੇ ਬਾਕੀ ਇਹਦੇ ਨਾਲ ਗੱਲਬਾਤ ਰਹਿਣ ਦੀ। ਜਿਹੜੀ ਗੰਨੇ ਦੀ ਪੇਮੈਂਟ ਹੈ, ਮੈਂ ਕਿਹਾ ਉਹ ਤਾਂ ਮੈਨੂੰ ਕੁਝ ਦਵਾਓ ਬਈ, ਮੈਂ ਆ ਕੇ ਵਾਪਸ ਜਾਣਾ, ਮੈਨੂੰ ਕਿਰਾਏ ਦੇ ਪੈਸੇ ਦਵਾ ਦਿਓ। ਕਹਿੰਦੇ ਬਈ ਹੁਣ ਤਾਂ ਜੀ ਕੁਛ ਨਹੀਂ, ਦੇਖੋ ਗੱਲ ਕਰਦੇ ਨਹੀਂ। ਅਖੀਰ ਇੱਕ ਉਹਨੂੰ ਮੈਂ ਚੈੱਕ ਬੁੱਕ ਤੇ ਇੱਕ ਬੇਵਕੂਫੀ ਇਹ ਕੀਤੀ ਵੀ ਇੱਕ ਚੈੱਕ ਬੁੱਕ ਦੇ ਉੱਤੇ ਉਹਨੂੰ ਮੈਂ ਸਾਈਨ ਕਰਕੇ ਦੇ ਆਇਆ ਸੀ ਵੀ ਜਦੋਂ ਪੇਮੈਂਟ ਗੰਨੇ ਦੀ ਆਵੇ, ਕਿਉਂਕਿ 10-15 ਏਕੜ ਗੰਨਾ ਜ਼ਰੂਰ ਬੀਜਦੇ ਸੀ, ਬਾਕੀ ਫਸਲ ਅਦਰਸ ਲੈਂਦੇ ਸੀ। ਤੇ ਉਹ ਪੇਮੈਂਟ ਲੈਣ ਨੂੰ ਤੈਨੂੰ ਫਾਇਦਾ ਹੋ ਜਾਊਗਾ, ਤੂੰ ਪੇਮੈਂਟ ਇਹਦੇ ਚੋਂ ਲੈ ਜੇ। ਉਹ ਜਦੋਂ ਹਿਸਾਬ ਕੀਤਾ ਤੇ ਉਹਨਾਂ ਨੇ ਚੈੱਕ ਬੁੱਕ ਵਾਪਸ ਕੀਤੀ ਤੇ ਸਾਈਨ ਤਾਂ ਹੋਏ ਸੀ, ਉਹਦੇ ਵਿੱਚੋਂ ਦਰਮਿਆਨ ਜੋ ਇੱਕ ਜਿਹੜਾ ਚੈੱਕ ਸੀ ਉਹਨੂੰ ਪਾੜ ਕੇ ਰੱਖ ਲਿਆ। ਜਿਵੇਂ 1 ਤੋਂ 20 ਤੱਕ ਹੈ ਨਾ, 10 ਤੱਕ ਦੇ ਚੈੱਕ ਜਿਹੜੇ ਇਸਤੇਮਾਲ ਹੋਏ ਸੀ, ਜਿਹੜਾ 10 ਨੰਬਰ ਸੀ ਨਾ, ਉਹ ਪਾੜ ਕੇ ਤੇ ਵਿੱਚ ਰੱਖ ਲਿਆ ਆਪਣੇ ਕੋਲ। ਮੈਨੂੰ ਵਾਪਸ ਕਰਦੇ, ਮੈਂ ਬੈਂਕ 'ਚ ਜਮ੍ਹਾਂ ਕਰਾਇਆ, ਮੈਂ ਉਹਨਾਂ ਨੂੰ ਬੈਂਕ ਨੂੰ ਹੀ ਦੇ ਆਇਆ ਵੀ ਆਹ ਚੈੱਕ ਬੁੱਕ ਜਿਹੜੇ ਆ ਮੇਰੇ ਫਲਾਣੇ ਆਦਮੀ ਦੇ ਕੋਲ ਦਿੱਤੀ ਸੀ ਪੈਸੇ ਲੈਣ ਲਈ ਜਾਂ ਟ੍ਰਾਂਜੈਕਸ਼ਨ ਕਰਨ ਲਈ, ਇਹ ਚੈੱਕ ਇੱਕ ਵਿੱਚੋਂ ਮਿਸਿੰਗ ਆ। ਉਹਦੀ ਮੈਂ ਡਿਟੇਲ ਨਾਲ ਉਹਨੂੰ ਲਿਖ ਕੇ ਦੇ ਆਇਆ। ਹੁਣ ਇੱਥੇ ਜਿਸ ਤਰ੍ਹਾਂ ਸਾਨੂੰ ਨੌਲੇਜ ਨਹੀਂ ਹੁੰਦੀ, ਉਹ ਜਦੋਂ ਕੇਸ ਚੱਲਿਆ ਤੇ ਉਹ ਕਹਿੰਦੇ ਜੀ ਤੁਹਾਨੂੰ ਪੁਲਿਸ ਵੀ ਰਿਪੋਰਟ ਕਰਨੀ ਚਾਹੀਦੀ ਸੀ। ਇਹ ਮੈਂ ਕਿਹਾ ਵੀ ਮੈਂ ਤਾਂ ਉਹ ਕੀਤੀ ਨਹੀਂ, ਬਾਕੀ ਰਿਕਾਰਡ ਤੁਹਾਡੇ ਕੋਲ ਆ, ਸਾਰੀਆਂ ਟ੍ਰਾਂਜੈਕਸ਼ਨ ਸਭ ਕੁਛ ਹੈਗੀਆਂ, ਤੁਸੀਂ ਮੈਨੂੰ ਲਿਖ ਕੇ ਦਿਓ ਦੱਸਦਾ ਕੁਝ। ਉਹ ਕੋਰਟ ਕੇਸ ਕਰ ਦਿੱਤਾ ਉਸ ਦੇ ਉੱਤੇ ਵੀ ਸਾਡੇ ਕੋਲੋਂ ਇਹ 5 ਲੱਖ ਰੁਪਇਆ ਲਿਆ ਤੇ ਮੈਨੂੰ ਕਹਿੰਦੇ ਸੀ ਵੀ ਤੁਹਾਡੇ ਫਲਾਣੇ ਬੱਚੇ ਨੂੰ ਮੈਂ ਕੈਨੇਡਾ ਲੈ ਜਾਊਂਗਾ। ਉਲਟਾ ਕੇਸ ਮੇਰੇ ਤੇ ਕਰ ਦਿੱਤਾ। ਅੱਛਾ, ਉਹ ਚੱਲਿਆ ਤੇ ਉਸ ਤੋਂ ਬਾਅਦ ਜਿਹੜਾ ਸੀ ਜੱਜ ਦੇ ਜਿਹੜੇ ਚੱਲਿਆ ਸੀ, ਮੈਂ ਉਹਦੇ ਆਪ ਪੇਸ਼ ਹੋਇਆ। ਮੈਂ ਕਿਹਾ ਜੀ ਮੈਂ ਰਿਕੁਐਸਟ ਕਰਨੀ ਚਾਹੁੰਦਾ, ਮੇਰੀ ਪੋਜੀਸ਼ਨ ਹੈ ਤੇ ਉਹ ਬੰਦਾ ਜਿਹੜੀ ਉਹਦੀ ਪੋਜੀਸ਼ਨ ਹੈ। ਮੇਰਾ ਕਲੋਜ਼ ਦੋਸਤ ਸੀ, ਉਹ ਬੇਈਮਾਨ ਹੋ ਗਿਆ ਹੁਣ। ਉਹ ਕਹਿੰਦਾ ਮੈਂ ਖੁਦ ਹੀ ਦੇਖਦਾ ਸੀ ਵੀ ਇਸ ਆਦਮੀ ਕੋਲੋਂ ਤੁਸੀਂ 5 ਲੱਖ ਦਾ ਰਹਿਦਾ, ਤੁਹਾਡਾ ਬੈਂਕ ਬੈਲੈਂਸ ਹੈਗਾ, ਬਾਕੀ ਚੀਜ਼ਾਂ ਜ਼ਮੀਨ ਤੁਹਾਡੇ ਕੋਲ ਆ ਵੀ 1 ਏਕੜ ਜ਼ਮੀਨ ਦੱਸ ਦਿਓ ਤੁਸੀਂ, 1 ਏਕੜ ਜ਼ਮੀਨ ਹੈਗੀ ਆ। ਤੇ ਫਿਰ ਕਿਸ ਤਰ੍ਹਾਂ ਉਹ ਸਮਝ ਗਿਆ। ਉਹ ਚੱਲਦੇ ਰਹੇ। ਉਸ ਤੋਂ ਬਾਅਦ ਕੀ ਹੋਇਆ ਜੀ, ਮੈਂ ਗਿਆ ਆਪਣੀ ਗ੍ਰੈਂਡ ਡਾਟਰ ਦੀ ਮੈਰਿਜ ਕਰਨ। ਉਹਦੇ ਤੇ ਕਾਰਡ ਦਿੱਤੇ ਸੀ, ਉਹ ਕਾਰਡਾਂ ਤੋਂ ਉਹਦਾ ਮੈਂ ਬੱਚਿਆਂ ਨੂੰ ਹੁਸ਼ਿਆਰਪੁਰ ਪ੍ਰੋਪਰ ਮੈਂ ਹੁਸ਼ਿਆਰਪੁਰ ਨਾਲ ਬਿਲੋਂਗ ਕਰਦਾ ਦੁਆਬੇ, ਤੇ ਉੱਥੇ ਅਸੀਂ ਜਿਹੜੀ ਕੋਠੀ ਲਈ ਆ ਉਹਦਾ ਐਡਰੈਸ ਦੇਣਾ ਸੀ, ਉੱਥੇ ਹੀ ਕੀਤੀ ਸੀ। ਬੱਚੇ ਵੀ ਆਉਂਦੇ ਵੀ ਉੱਥੇ ਰਸਤੇ ਨੂੰ। ਉਹ ਅੱਧਾ ਮੇਰੀ ਮੈਸੇਜ ਦੇਣਾ ਆਇਆ ਤੇ ਅੱਧਾ ਮੇਰੀ ਆਪਣੇ ਡਾਟਰ ਇਨ ਲਾ ਦੇਣਾ ਆਇਆ, ਕਿਉਂਕਿ ਉਹ ਬੱਚੇ ਕੇਅਰ ਕਰਦੇ ਸੀ ਵੀ ਜਿਹਨੂੰ ਕੋਈ ਪ੍ਰੋਬਲਮ ਆਵੇ ਤਾਂ ਕੋਈ ਕਰਨਾ ਪਵੇ ਤਾਂ ਫਿਟਨੈਸ ਹੋ ਸਕਦੀ ਆ। ਉਹਨਾਂ ਨੇ ਇਹ ਸਮਝਿਆ ਵੀ ਹੁਣ ਇੱਥੇ ਆਇਆ ਹੁਣ ਜੀ, ਉੱਥੋਂ ਮੇਰੇ ਤੇ ਕੇਸ ਕੀਤਾ ਜਿਹੜਾ, ਉਹ ਕੇਸ ਦੀ ਤਾਰੀਖ ਤੇ ਪਹਿਲਾਂ ਉਹਨਾਂ ਨੇ ਕਿਤੇ ਨੋਟਿਸ ਦਿੱਤੇ ਹੋਣੇ, ਉੱਥੇ ਹੀ ਰੱਖ ਲਿਆ। ਮੇਰੇ ਕੋਲ ਤਾਂ ਮਿਲਿਆ ਹੀ ਕੁਝ ਨਹੀਂ। ਜਦੋਂ ਮੈਰਿਜ ਹੋ ਗਈ, ਮੈਰਿਜ ਤੋਂ 5-6 ਦਿਨ ਬਾਅਦ ਰਾਤ ਨੂੰ ਪੁਲਿਸ ਮੇਰੇ ਘਰ ਆਈ। ਪੁੱਛਿਆ ਬੱਚਿਆਂ ਨੂੰ, ਕਹਿੰਦੇ ਕਿੱਥੇ ਆਓ, ਕਹਿੰਦੇ ਜੀ ਘਰੇ ਹੀ ਆ। ਮਿਲਿਆ, ਕਹਿੰਦਾ ਜੀ ਆਓ ਕਿੱਥੇ। ਮੈਂ ਕਿਹਾ ਕਿੱਥੇ? ਫਿਰ ਥਾਣੇ ਤੁਹਾਨੂੰ ਜਾਣਾ ਪੈਣਾ, ਤੁਹਾਡੇ ਖਿਲਾਫ ਰਿਪੋਰਟ ਨੌਨ ਅਵੇਲੇਬਲ ਵਾਰੰਟ ਆ। ਮੈਂ ਕਿਹਾ ਕਾਹਦੇ ਜੀ? ਤੁਹਾਡੇ ਤੇ ਇਸ ਆਦਮੀ ਨੇ ਕੇਸ ਕੀਤਾ। ਮੈਂ ਕਿਹਾ ਜੀ ਚਲੋ ਮੈਂ ਤੁਹਾਨੂੰ ਉਹਦੇ ਪ੍ਰੂਫ ਦੇਣਾ ਸਾਰਾ ਕੁਝ। ਨਹੀਂ ਜੀ, ਕਹਿੰਦੇ ਇਹਦਾ ਨੌਨ ਅਵੇਲੇਬਲ ਹੈ, ਤੁਹਾਡੇ ਉੱਥੇ ਜਾ ਕੇ ਯੂਪੀ 'ਚ ਜਾ ਕੇ ਇਹ ਤੁਹਾਡੇ ਕੋਲ ਆ। ਮੈਂ ਕਿਹਾ ਵੀ ਇੱਥੇ ਲੈ ਲਓ, ਮੈਨੂੰ ਲਾਇਰ ਨਾਲ ਗੱਲ ਕਰ ਲੈਣ ਦਿਓ। ਉਹਨਾਂ ਨੇ ਜੀ ਉਸ ਵੇਲੇ ਆਪਣੇ ਅਕਾਲੀਆਂ ਦੀ ਗਵਰਨਮੈਂਟ ਸੀ ਤੇ ਉਹਨਾਂ ਦੇ ਬੜੇ ਕਿਸੇ ਤਕੜੇ ਬੰਦੇ ਦੀ ਸਵਾਲ ਸੀ ਵੀ ਇਸ ਬੰਦੇ ਨੂੰ ਅਰੈਸਟ ਕਰਕੇ ਉੱਥੇ ਜ਼ਰੂਰ ਲਿਆਓ। ਉਹ ਨਹੀਂ ਮੰਨਿਆ ਜੀ, ਕੰਡਕਟਰ ਨਹੀਂ ਮੰਨਿਆ। ਮੈਂ ਕਿਹਾ ਕੋਈ ਗੱਲ ਨਹੀਂ ਕਰ ਦਿੱਤੀ। ਉਸੇ ਉਹਨਾਂ ਨੇ ਮੈਨੂੰ ਅਰੈਸਟ ਕਰਕੇ ਤੇ ਉੱਥੋਂ ਹੀ ਕੀ ਨਾ ਆਪਣੇ ਉਹਨਾਂ ਕਾਰ ਹਾਰ ਕੇ ਹਾਇਰ ਕੀਤੀ ਸੀ, ਲੈ ਗਿਆ ਪਠਾਨ ਕੇ ਨਾਲ। ਮੈਂ ਕਿਹਾ ਚਲੋ ਜੀ। ਉਹ ਮੇਰਾ ਫਰੈਂਡ ਜਿਹੜਾ ਵਿੱਚ ਵਿਚੋਲਾ ਸੀ, ਉਹ ਵੀ ਉੱਥੇ ਨਾਨਕਮਤੀ ਸੀਗਾ। ਨਾਨਕਮਤਾ ਸਾਹਿਬ ਕੋਰਟ ਦੇ ਵਿੱਚ ਕਟੀਮਾਂ ਪੈਂਦੀਆਂ ਸੀ, ਉਹਦੇ ਕੇਸ ਸੀ। ਉੱਥੇ ਉਹਨਾਂ ਨੇ ਅੱਗੇ ਇੰਤਜ਼ਾਮ ਕੀਤਾ ਸੀ ਮੇਰੀ ਬੇਲ ਦਾ। ਗੱਲ ਹੋ ਗਈ ਸੀ ਟੈਲੀਫੋਨ ਤੇ, ਤੇ ਉਹਨਾਂ ਨੇ ਅਰੇਂਜ ਕੀਤਾ ਸੀ। ਜਦੋਂ ਉੱਥੇ ਗਏ ਤੇ ਪਹੁੰਚੇ ਇੰਨੇ ਲੇਟ ਦੂਸਰੇ ਦਿਨ, ਕਿਉਂਕਿ ਹੌਲੀ ਹੌਲੀ ਕਰਦਿਆਂ ਉਹਨਾਂ ਆਪਣੇ ਮਤਲਬ ਜਿੱਥੋਂ ਦੀ ਜਾਣਾ ਸੀ, ਮੇਰੀ ਵੀ ਉੱਥੇ ਰਹੀ ਸੀ ਤੇ ਉਹਦੀ ਵੀ ਨਾਲ ਹੀ ਪਿੰਡ ਸੀ। ਉੱਥੇ ਪਿੰਡ ਲੈ ਗਿਆ, ਉੱਥੇ ਘੰਟਾ ਕੁ ਲਾਤਾ। ਮੈਂ ਕਿਹਾ ਵੀ ਜਾਂਦਿਆਂ ਨੂੰ
ਕੋਰਟ ਉੱਠ ਜਾਣੀ ਆ, ਤੁਸੀਂ ਟਾਈਮ ਨਾਲ ਚੱਲੋ ਤਾਂ ਸਹੀ। ਹਾਂਜੀ। ਉਹ ਚੱਲਦੇ ਉਹਨਾਂ ਨੂੰ ਇਹ ਸੀ ਵੀ ਪੈਸੇ ਤਾਂ ਦੇਵੇ, ਜਿਹੜੀ ਕਾਰ ਲਿਆਂਦੀ ਆ ਉਹਦੇ ਪੈਸੇ ਵੀ ਇਹਨਾਂ ਨੇ ਮੇਰੇ ਕੋਲ ਕਹਿੰਦਾ ਹੈ ਨਹੀਂ ਜੀ ਮੈਂ ਅਰੇਂਜ ਕਰਨੇ। ਹਾਂਜੀ। ਉੱਥੇ ਚਲੇ ਗਏ, ਕੋਰਟ ਉੱਠ ਕੇ ਜਦੋਂ ਅਸੀਂ ਪਹੁੰਚੇ ਉਹ ਕਹਿੰਦੇ ਜੀ ਅੱਜ ਤਾਂ ਉੱਠ ਗਈ ਆ, ਹੁਣ ਤੁਸੀਂ ਇਹਨੂੰ ਜਿਹੜਾ ਨਾ ਉਹ ਜੇਲ੍ਹ 'ਚ ਭੇਜੋ, ਉੱਥੇ ਛੱਡ ਕੇ ਆਓ। ਹਾਂਜੀ। ਪਰ ਦੂਸਰੇ ਦਿਨ ਸਵੇਰ ਨੂੰ ਪੇਸ਼ ਕਰੋ ਜੀ। ਅੱਛਾ, ਮੈਨੂੰ ਉੱਥੇ ਰਾਤ ਹੀ ਉਹਨਾਂ ਨੇ ਥਾਣੇ 'ਚ ਰੱਖਿਆ। ਖੈਰ ਉੱਥੇ ਬਹੁਤ ਸੋਰਸਿਸ ਸੀਗੇ ਉਹਨਾਂ ਦੇ, ਉਹਨਾਂ ਨੇ ਰਾਤ ਮੈਨੂੰ ਉੱਥੇ ਸੈਪਰੇਟ ਇੱਕ ਚਾਰ ਪਾਈ ਦੇ ਸੀ, ਮੈਂ ਸੌਂ ਗਿਆ ਤੇ ਮੈਂ ਦੇਖਦਾ ਰਿਹਾ ਵੀ ਕਿਸਮਤ ਨੂੰ ਯਾਰ ਆਪਣੇ ਪੈਸੇ, ਆਪਣੀ ਜ਼ਮੀਨ ਆਪਣੇ ਕੋਈ ਦੇ ਅੰਦਰ ਵੀ ਮੈਂ ਕੋਈ ਨਹੀਂ। ਸਵੇਰ ਨੂੰ ਗਏ ਅਰਲੀ ਇਨ ਦਾ ਮਾਰਨਿੰਗ, ਉੱਥੇ ਉਹਨਾਂ ਨੇ ਕੋਰਟ ਤੋਂ ਉਹਦੀ ਬੇਲ ਲਈ ਤੇ ਪਤਾ ਕੀ ਸਾਰੇ ਮੈਨੂੰ ਹਲਦਵਾਨੀ ਲੈ ਗਿਆ, ਜਿਹੜਾ ਕਿ ਉੱਥੋਂ ਮੇਰਾ ਖਿਆਲ ਆ ਕਮ ਸੇ ਕਮ 70-80 ਕਿਲੋਮੀਟਰ। ਥੋੜਾ ਸ਼ਾਰਟ ਰੱਖੋ ਜੀ। ਹਾਂਜੀ ਹਾਂਜੀ, ਸ਼ਾਰਟਕਟ ਇਸ ਕਰਕੇ ਉੱਥੋਂ ਮੇਰੀ ਜਾਂਦਿਆਂ ਬੇਲ ਹੋ ਗਈ। ਬੇਲ ਹੋ ਕੇ ਮੈਂ ਵਾਪਸ ਆ ਗਿਆ। ਉਹ ਕੇਸ ਜੀ ਜਦੋਂ ਦੀ ਡੇਟ ਪਈ ਤੇ ਮੈਨੂੰ ਕਹਿੰਦੇ ਆਪਣਾ ਪਾਸਪੋਰਟ ਜਮ੍ਹਾਂ ਕਰੋ। ਹਾਂਜੀ, ਮੈਂ ਪਾਸਪੋਰਟ ਵੀ ਜਮ੍ਹਾਂ ਕਰਾਤਾ। ਫਿਰ ਉਸ ਤੋਂ ਬਾਅਦ ਇਹਨਾਂ ਚਿਰ ਨੂੰ ਉਹ ਮੈਜਿਸਟ੍ਰੇਟ ਬਦਲ ਗਿਆ ਜੀ। ਜਦੋਂ ਬਦਲ ਗਿਆ ਤੇ ਮੈਂ ਦੂਸਰੇ ਨੂੰ ਮਿਲਿਆ। ਹਾਂਜੀ। ਤੇ ਉਹ ਕਹਿੰਦਾ ਵੀ ਹਾਂ ਮੈਨੂੰ ਪਤਾ ਤਾਂ ਹੈਗਾ ਕੇਸ ਦਾ, ਇਹ ਗੱਲ ਠੀਕ ਹੈ, ਤੁਹਾਡੇ ਨਾਲ ਬੇਇਨਸਾਫੀ ਤਾਂ ਹੈ ਹੀ ਆ, ਪਰ ਹੁਣ ਇਹਦਾ ਇਹ ਵੀ ਤੁਸੀਂ ਕੇਸ ਕਰਾਓ ਜੀ। ਫਿਰ ਉਹ ਮੇਰਾ ਦੋਸਤ ਕਹਿਣ ਲੱਗਾ ਯਾਰ ਗੱਲ ਤਾਂ ਕੁਛ ਨਹੀਂ ਗੀ, ਹੁਣ ਅੱਗੇ ਗਰਮੀ ਆ ਗਈਆਂ, ਤੇ ਤੋਂ ਇੱਥੇ ਰਹਿ ਨਹੀਂ ਹੋਣਾ, ਪਿੱਛੇ ਵੀ ਤੇਰਾ ਨੁਕਸਾਨ ਹੈ ਤੇ ਇੱਥੇ ਵੀ ਆ। ਹਾਂਜੀ, ਇਹਦਾ ਕਰ ਲਓ। ਬਜਾਏ ਕੁਝ ਦੇਣ ਦੇ ਮੈਂ ਤਾਂ ਗੱਲ ਕਰਦਾ ਵੀ ਸਾਰੇ ਨੂੰ ਇਹ ਸਬਕ ਇਸ ਤੋਂ ਮਿਲੂਗਾ ਬਈ ਮੈਂ 1 ਲੱਖ ਰੁਪਈਆ ਦੇ ਕੇ ਉਹਦੇ ਨਾਲ ਰਾਜ਼ੀਨਾਮਾ ਕਰਕੇ ਤੇ ਇਹ ਲਿਖਿਆ ਤੇ ਸਾਡੇ ਕੋਲ ਜਿਹੜਾ 5 ਲੱਖ ਰੁਪਈਆ ਲਿਆ ਸੀ ਉਹ ਦਿੱਤਾ ਸਾਨੂੰ ਵਾਪਸ ਕਰਕੇ, ਇਸ ਕਰਕੇ ਰਾਜ਼ੀਨਾਮਾ ਹੋ ਗਿਆ ਤੇ ਮੇਰਾ ਪਾਸਪੋਰਟ ਵੀ ਵਾਪਸ ਹੋਇਆ ਤੇ ਉਹ ਸਭ ਕੁਝ ਲੈ ਕੇ ਮੈਂ ਆਇਆ। ਇਹਦਾ ਇੱਕ ਗੱਲ ਆ। ਦੂਸਰੀ ਗੱਲ, ਇੱਕ ਮੇਰੀ ਪ੍ਰਾਪਰਟੀ ਮੇਰੇ ਆਪਣੇ ਨਿੱਜੀ ਪਿੰਡ 'ਚ ਹਾਂਜੀ ਜ਼ਮੀਨ ਦਾ ਅਸੀਂ ਵੇਚਿਆ ਸੀ ਸਾਰੀ, ਉੱਥੋਂ ਜਦੋਂ ਯੂਪੀ ਸ਼ਿਫਟ ਹੋਏ ਸੀ। ਹਾਂਜੀ, ਅੱਧੀ ਜਗ੍ਹਾ ਸੀ ਜਿਹੜੀ ਉਹ ਬਿਲਕੁਲ ਰਹੀ, ਉੱਥੇ ਹੁਣ ਜ਼ਿਆਦਾ ਕੋਈ ਨਹੀਂ ਸੀ। 2 ਸਾਲ ਬਾਅਦ 3 ਸਾਲ ਮੈਂ ਜਾ ਕੇ ਘਰ ਕੋਲ ਰਿਪੇਅਰ ਕਰਦਾ ਸੀ। ਉਹ 2 ਸਾਲਾਂ 'ਚ ਗਿਰ ਗਿਆ ਜੀ। ਸ਼ਰੀਕਾ ਨੇ ਜਨਾਬ ਉੱਥੇ ਆਪਣਾ ਵਿੱਚ ਰਲਾ ਰਲੂ ਕੇ ਕਹਿੰਦੇ ਵੀ, ਜਦੋਂ ਮੈਂ ਗਿਆ ਮੈਂ ਕਿਹਾ ਵੀ ਉਹ ਜਗ੍ਹਾ ਸਾਡੀ ਹੈ। ਕਹਿੰਦੀ ਕਿਹੜੀ ਜਗ੍ਹਾ ਤੁਹਾਡੀ ਗਈ? ਹਾਂਜੀ, ਮੈਂ ਕਿਹਾ ਜੀ ਜਗ੍ਹਾ ਤਾਂ ਮੇਰੀ ਆਹ ਜਿਹੜਾ ਇੰਨਾ ਕੁਝ ਮੈਂ ਤੁਹਾਡੇ ਸਾਹਮਣੇ ਕਰਦਾ ਰਿਹਾ, ਤੁਸੀਂ ਕੰਧਾਂ ਕੋਠੇ ਵੀ ਢਾਹ ਲਿਆ, ਇੱਟਾਂ ਵੀ ਲੈ ਲਈਆਂ, ਬਾਲੇ ਚੀਨੀਆਂ ਵੀ ਲੈ ਗਏ, ਦਰਵਾਜ਼ੇ ਵੀ ਪੱਟ ਲਏ, ਸਭ ਕੁਝ। ਨਹੀਂ ਜੀ ਕਹਿੰਦੇ ਉਹ ਤਾਂ ਤੁਹਾਡਾ ਭਰਾ ਆਇਆ ਸੀ ਉਹ ਲੈ ਗਿਆ। ਮੈਂ ਕਿਹਾ ਭਰਾ ਮਰੇ ਨੂੰ 8 ਸਾਲ ਹੋ ਗਏ ਆ ਤੇ ਇਹਨੂੰ ਦੇਖ ਲੋਕ ਆਫਟਰ ਤਾਂ ਮੈਂ ਹੀ ਕਰਦਾ, ਬਾਕੀ ਤਾਂ ਕੋਈ ਅਮਲ ਜ਼ਿਆਦਾ ਨਹੀਂ ਇੱਥੇ ਕੋਈ ਨਹੀਂ ਤੁਹਾਡੇ ਜੀ। ਹੁਣ ਮੈਂ ਬਾਕੀ 1-2 ਬੰਦਿਆਂ ਨੂੰ ਕਿਹਾ, ਮੋਹਤਵਰ ਜਿਹੜੇ ਸੀ ਉੱਥੇ ਹੀ ਆ ਪਿੰਡ, ਉਹ ਕਹਿੰਦੇ ਜੀ ਗੱਲ ਇਹ ਤਾਂ ਕੇਸ ਤੁਹਾਡਾ ਚੱਲਣਾ 40-50 ਹਜ਼ਾਰ ਜਾਂ 60 ਹਜ਼ਾਰ ਦੀ ਜ਼ਮੀਨ ਆ ਤੇ ਜੇ ਤੁਸੀਂ ਪਹਿਲੀ ਵਾਰੀ ਗਏ ਥਾਣੇ ਵਾਲਿਆਂ ਨੇ 50 ਹਜ਼ਾਰ ਤੁਹਾਡੇ ਕੋਲੋਂ ਨਾ ਲੈਣਾ, ਇਸ ਕਰਕੇ ਬਿਹਤਰ ਹੈ ਤੁਸੀਂ ਛੱਡ ਕੇ ਚਲੇ ਜਾਓ। ਮੈਂ ਵੀ ਛੱਡਿਆ। ਥੈਂਕ ਯੂ ਜੀ। ਜਿਹੜਾ ਤੁਹਾਡਾ ਸੀ ਨਾ ਸਵਾਲ, ਜਿਹੜਾ ਤੁਹਾਡਾ ਸਟੇਟਮੈਂਟ ਉਹ ਸੀਗਾ ਜੀ, ਜਿਹੜਾ ਪਹਿਲਾ ਸਵਾਲ ਜਿਹੜਾ ਤੁਹਾਡਾ ਸੀਗਾ ਜੀ, ਜਿਹੜੀ ਤੁਸੀਂ ਕਰਾਉਣੀ ਹੈ ਲਾਈਫ ਸਰਟੀਫਿਕੇਟ। ਹਾਂਜੀ, ਜਿਹੜਾ ਇੰਡੀਅਨ ਐਮਬੈਸੀ ਤੁਹਾਨੂੰ ਕਿਹੜੀ ਪੈਂਦੀ ਆ ਉੱਥੇ, ਕਾਉਂਸਲੇਟ ਦਾ ਆਫਿਸ ਕਿਹੜਾ ਪੈਂਦਾ, ਕੈਲਗਰੀ ਆ ਜਾਂ ਨਹੀਂ? ਕਾਉਂਸਲੇਟ ਤਾਂ BC ਜੀ ਹੈ ਜੀ, ਵੈਨਕੂਵਰ ਹੀ ਆ। ਵੈਨਕੂਵਰ ਆ। ਉਹ ਆਨਲਾਈਨ ਤੇ ਤੁਹਾਡਾ ਆਨਲਾਈਨ ਤੇ ਅੱਜ ਕੱਲ ਕੰਮ ਹੁੰਦੇ ਆ ਸਾਰੇ। ਮੈਨੂੰ ਵੀ ਪਿਆ ਸੀ ਕੰਮ, ਮੈਂ ਪਾਵਰ ਅਟਾਰਨੀ ਲਿਜਾਣੀ ਸੀ ਇੰਡੀਆ ਨੂੰ ਤੇ ਉਦੋਂ ਆਫਿਸ ਬੰਦ ਹੋ ਗਿਆ ਸੀ ਤਾਂ ਭੇਜਣੀ ਸੀ, ਮੈਂ ਭੇਜਣੀ ਸੀ ਇੰਡੀਆ ਨੂੰ, ਤਾਂ ਮੈਨੂੰ ਆਨਲਾਈਨ ਹੀ ਸਾਰਾ ਕੁਝ ਕਰਨਾ ਪਿਆ ਸੀ। ਤੇ ਇੱਕ ਸਟੇਟ ਬੈਂਕ ਆਫ ਇੰਡੀਆ ਨਹੀਂ ਕਰਦਾ? ਤੁਹਾਡੇ ਸਟੇਟ ਬੈਂਕ ਆਫ ਇੰਡੀਆ ਹੈ ਜੀ? ਉਹਦੀ ਬ੍ਰਾਂਚ ਸਟੇਟ ਆਫ ਇੰਡੀਆ ਨਹੀਂ ਹੈ, ਨਹੀਂ ਇੱਥੇ ਹੈ ਨਹੀਂ ਜੀ ਕੋਈ ਵੀ ਨਹੀਂ, ਪਰ ਉਹਦਾ ਪਤਾ ਕਰ ਲਓ। ਟੈਸਟ ਤੁਹਾਡੇ ਜੇ ਤੁਸੀਂ ਉੱਥੇ ਉਹਨਾਂ ਨਾਲ ਕੰਟੈਕਟ ਕਰਕੇ ਉਹਨਾਂ ਨੇ ਤੁਹਾਨੂੰ ਦੇ ਦੇਣਾ ਸਰਟੀਫਿਕੇਟ, ਕੋਈ ਪ੍ਰੋਬਲਮ ਨਹੀਂ ਹੋਣੀ। ਤੁਸੀਂ ਆਨਲਾਈਨ ਚੈੱਕ ਕਰਕੇ ਦੇਖੋ ਜੀ। ਹਾਂ, ਮੈਂ ਇੱਕ ਮਿੰਟ ਮੈਂ ਤੁਹਾਨੂੰ ਗੱਲ ਕਰਾਂ, ਮੈਂ ਕਾਫੀ ਕੁਝ ਟਰਾਈ ਕਰ ਲਈ ਆ। ਅੱਛਾ, ਇੱਥੋਂ ਮੈਂ ਪਿਛਲੇ ਸਾਲ ਟੈਸਟ ਕਰਵਾ ਕੇ ਭੇਜਿਆ ਸੀ ਨੋਟਰੀ ਪਬਲਿਕ ਤੋਂ। ਹਾਂਜੀ, ਸੀਨੀਅਰ ਸਿਟੀਜ਼ਨ ਸਾਡੇ ਜਿੱਥੇ ਬੈਠੇ ਸਾਰੇ ਅਸੀਂ ਉੱਥੇ ਇੱਕ ਕਲੱਬ ਹੈਗੇ। ਹਾਂਜੀ, ਉਹਨਾਂ ਕੋਲੋਂ ਕਰਵਾ ਕੇ ਕੀਤਾ ਸੀ, ਉਹ ਪਾਵਰ ਫਟੋਰ ਨੇ ਉਹਨਾਂ ਕੋਲ ਕਰਵਾ ਕੇ ਭੇਜਿਆ ਸੀ। ਉਹ ਕਹਿੰਦੇ ਨਹੀਂ ਜੀ ਸਾਨੂੰ ਤਾਂ ਕਾਉਂਸਲੇਟ ਹੋਣਾ ਚਾਹੀਦਾ। ਫਿਰ ਮੈਂ ਉੱਥੇ ਆਪੇ ਜੀ। ਤੇ ਹੁਣ ਮੇਰੇ ਖਿਆਲ ਕਾਉਂਸਲੇਟ ਤੁਸੀਂ ਹੁਣ ਵਿਦਨ ਕੈਨੇਡਾ ਟਰੈਵਲ ਤੱਕ ਕਰ ਸਕਦੇ ਹੋ ਜੀ। ਜੇ ਤੁਹਾਨੂੰ ਕਾਉਂਸਲੇਟ ਜਾਣਾ ਪਏਗਾ ਤਾਂ ਤੁਹਾਨੂੰ ਫਿਰ ਵੈਨਕੂਵਰ ਜਾਣਾ ਪਏਗਾ। ਹੁਣ ਟਰੈਵਲ ਤੁਸੀਂ ਕਰ ਸਕਦੇ ਹੋ। ਤੁਸੀਂ ਲੇਕਿਨ ਉਹਦੇ ਨਾਲ ਪ੍ਰੋਬਲਮ ਇਹਨੇ ਪਤਾ ਕੀਤਾ ਸੀ, ਉਹ ਕਹਿੰਦੇ ਜੀ ਪਹਿਲਾਂ ਤੁਹਾਨੂੰ ਇਹ 2 ਵੀਕ ਉਹਦੇ ਰਹਿਣਾ ਪਏਗਾ ਕੁਆਰੰਟਾਈਨ ਹੋਣ ਵਾਸਤੇ। ਮੇਰਾ ਖਿਆਲ ਨਹੀਂ ਜੀ, ਤੁਸੀਂ ਕਿੱਥੇ ਐਡਮਿੰਟਨ ਹੋ ਹਨਾ? ਹਾਂਜੀ, ਐਡਮਿੰਟਨ ਤੋਂ ਜੇ ਤੁਸੀਂ BC ਨੂੰ ਜਾਣਾ ਉੱਥੇ ਕੁਆਰੰਟਾਈਨ ਹੋਣ ਦੀ ਜਿੱਥੇ ਤੱਕ ਮੇਰਾ ਖਿਆਲ ਆ ਲੋੜ ਨਹੀਂ ਹੈ ਜੀ।
ਤੁਸੀਂ ਮੈਂ ਗਵਰਨਮੈਂਟ ਟੋਰਾਂਟੋ ਤੋਂ ਪਤਾ ਕੀਤਾ ਸੀ ਜੀ, ਟੋਰਾਂਟੋ ਤੋਂ ਪਤਾ ਕੀਤਾ ਸੀ। ਮੇਰੀ ਡਾਕਟਰ ਇੱਕ ਉੱਥੇ ਟੋਰਾਂਟੋ ਆ, ਉਹਨਾਂ ਨੂੰ ਮੈਂ ਕਿਹਾ ਸੀ, ਉਹ ਕਹਿੰਦੇ ਤੁਹਾਨੂੰ ਆ ਕੇ 2 ਹਫ਼ਤੇ ਇੱਥੇ ਕਰਨਾ ਪੈਣਾ, ਇਹਦੇ ਚ ਕੁਆਰੰਟਾਈਨ ਕਰਨਾ ਪੈਣਾ 2 ਵੀਕ ਲਈ, ਸਾਡੇ ਦਿਨ ਤੁਸੀਂ ਰਹੋਗੇ। ਹਾਂਜੀ, ਸਾਡੇ ਜੀ ਹੁਣ ਸਟੇਜ 3 ਸ਼ੁਰੂ ਹੋ ਗਈ ਹੈ। ਤੁਸੀਂ ਪਲੀਜ਼ ਇਹਦਾ ਪਤਾ ਕਰ ਲਓ। ਮੇਰਾ ਖਿਆਲ ਨਹੀਂ ਹੈ ਕਿ ਹੁਣ ਤੁਹਾਨੂੰ ਕੁਆਰੰਟਾਈਨ ਕਰਨਾ ਪਵੇਗਾ, ਤੁਸੀਂ ਇੱਥੇ ਆ ਕੇ ਕਰਵਾ ਸਕਦੇ ਹੋ। ਮੈਂ ਐਕਚੁਅਲੀ ਹੁਣੇ ਐਡਮਿੰਟਨ ਟਰੈਵਲ ਕਰਕੇ ਮੈਂ ਡਰਾਈਵ ਕਰਕੇ ਵਾਪਸ ਆਇਆ ਜੀ 3-4 ਹਫ਼ਤੇ ਪਹਿਲਾਂ, 6 ਹਫ਼ਤੇ ਹੋ ਗਏ ਜੀ ਮੈਨੂੰ। ਮੈਂ ਤੁਹਾਡਾ ਪ੍ਰੋਗਰਾਮ ਸੁਣਿਆ ਸੀ ਜਦੋਂ ਤੁਸੀਂ ਜਾ ਰਹੇ ਸੀ ਇਹਦੇ ਜਿਵੇਂ, ਕਿਉਂਕਿ ਮੈਂ 3-4 ਮਹੀਨੇ ਤੋਂ ਤੁਹਾਡੇ ਨਾਲ ਜੁੜਿਆ। ਹਾਂਜੀ, ਥੈਂਕ ਯੂ ਜੀ। ਪ੍ਰੋਗਰਾਮ ਇਸ ਪਰ ਜ਼ਰੂਰ ਸੁਣਦਾ ਥੈਂਕ ਯੂ। ਤੇ ਉਦੋਂ ਜਦ ਜਾ ਰਹੇ ਉਹ ਵੀ ਮੈਂ ਸੁਣਿਆ ਸੀ ਸਾਰਾ। ਪਰ ਇਹ ਤਾਂ ਮੇਰੀ ਰੀਸੈਂਟਲੀ ਅੱਛਾ, ਇੱਕ ਮੈਂ ਹੋਰ ਕਰਾਂ ਵੀ ਮੈਂ ਸਤੰਬਰ 30 ਤੋਂ ਪਹਿਲਾਂ ਮੇਰਾ ਸਰਟੀਫਿਕੇਟ ਜਾਣਾ ਹੁੰਦਾ ਜੀ। ਹਾਂਜੀ, ਜਿੱਥੇ ਤੱਕ ਮੇਰਾ ਖਿਆਲ ਹੈ, ਜਦੋਂ ਤੁਹਾਨੂੰ ਅਸੀਂ ਥੈਂਕਸ ਫॉर ਕਾਲਿੰਗ ਜੀ, ਤੁਹਾਨੂੰ ਬਾਕੀ ਦਾ ਜਵਾਬ ਅਸੀਂ ਸਕਰੀਨ ਤੇ ਨਹੀਂ, ਥੈਂਕਸ ਫॉर ਕਾਲਿੰਗ। ਮੇਰਾ ਖਿਆਲ ਹੈ ਲਿੱਦਰ ਸਾਹਿਬ ਹੁਣ ਕੁਆਰੰਟੀਨ ਦੀ ਲੋੜ ਨਹੀਂ ਹੈਗੀ। ਹੁਣ ਇਹ ਜੇ ਆਉਣਾ ਚਾਹੁੰਦੇ ਨੇ ਤਾਂ ਇਹ ਆ ਸਕਦੇ ਨੇ। ਈਵਨ ਮੈਂ ਤੁਹਾਨੂੰ ਤਾਂ ਦੱਸਦਾ ਜੀ, ਮੇਰੇ ਰਿਸ਼ਤੇਦਾਰ BC ਚੋਂ ਆਏ ਨੇ, ਹੁਣ ਤੋਂ 3 ਹਫ਼ਤੇ ਪਹਿਲਾਂ ਆਏ ਸੀਗੇ ਜੀ, ਔਰ ਉਹ ਇੱਥੇ ਆ ਕੇ ਉਹਨਾਂ ਨੂੰ ਕੁਆਰੰਟੀਨ ਹੋਣ ਦੀ ਕੋਈ ਲੋੜ ਨਹੀਂ ਸੀ ਪਈ। ਉਹ ਆਪਣੇ ਮੈਨੂੰ ਮਿਲ ਕੇ ਗਏ ਨੇ, ਸਾਡੀ ਇੱਥੇ ਵਾਹਵਾ ਪਰਿਵਾਰ ਹੈਗਾ ਜੀ, ਉਹਨੂੰ ਮਿਲ ਕੇ ਗਏ, ਉਹਨਾਂ ਨੂੰ ਕੁਆਰੰਟੀਨ ਹੋਣ ਦੀ ਲੋੜ ਨਹੀਂ ਸੀਗੀ ਜੀ। ਇਸ ਵੇਲੇ ਅੰਟਾਰੀਓ 'ਚ ਜੇ ਤੁਸੀਂ ਆਊਟ ਆਫ ਕੰਟਰੀ ਆਉਂਦੇ ਹੋ ਤਾਂ ਕੁਆਰੰਟੀਨ ਹੋਣ ਦੀ ਲੋੜ ਪੈਂਦੀ ਹੈ ਜੀ। ਜੇ ਤੁਸੀਂ ਵਿਦਨ ਕੰਟਰੀ ਹੋ ਤਾਂ ਤੁਹਾਨੂੰ 14 ਦਿਨ ਕੁਆਰੰਟੀਨ ਹੋਣ ਦੀ ਲੋੜ ਨਹੀਂ ਹੈਗੀ ਆ। ਮੈਂ ਇਸ ਬਾਰੇ 99% ਸ਼ੋਰ ਹਾਂ ਜੀ, ਮੈਂ 1% ਰਹਿਣ ਦਿੰਦਾ, ਹੋ ਸਕਦਾ ਮੈਂ ਗਲਤ ਹੋਵਾਂ, ਪਰ ਮੈਂ 99% ਸ਼ੋਰ ਹਾਂ ਜੀ ਕਿ ਇਸ ਵੇਲੇ ਤੁਹਾਨੂੰ, ਜੇ ਤੁਸੀਂ ਉੱਥੋਂ ਆ ਰਹੇ ਹੋ ਤਾਂ ਤੁਹਾਨੂੰ ਅੰਟਾਰੀਓ 'ਚ ਕੁਆਰੰਟੀਨ ਹੋਣ ਦੀ ਲੋੜ ਨਹੀਂ, ਇਫ ਯੂ ਆਰ ਵਿਦਨ ਕੈਨੇਡਾ। ਜੇ ਤੁਸੀਂ ਸਟੇਟਸ 'ਚੋਂ ਆ ਰਹੇ ਹੋ ਜਾਂ ਕਿਤੇ ਹੋਰ ਥਾਂ ਤੋਂ ਆ ਰਹੇ ਹੋ ਤਾਂ ਤੁਹਾਨੂੰ ਕੁਆਰੰਟੀਨ ਹੋਣਾ ਪਵੇਗਾ। ਚਲੋ, ਇਹਨਾਂ ਦਾ ਨੰਬਰ ਤਾਂ ਆ ਗਿਆ ਹੋਣਾ, ਹਾਂਜੀ, ਤੇ ਇਨਫੋਰਮੇਸ਼ਨ ਲੈ ਕੇ ਇਹਨਾਂ ਨਾਲ ਗੱਲ ਕਰ ਲਾਂਗੇ। ਜਿੱਦਰ ਸਾਹਿਬ ਹੁਣ ਇਹਨਾਂ ਨੇ ਜਿਹੜੀ ਗੱਲ ਸੁਣਾਈ ਹੈ ਨਾ, ਹਾਂਜੀ, ਦੇਖ ਲਓ, ਇਹ ਗੱਲ ਆਲਮੋਸਟ ਹਰੇਕ ਤੇ ਫੋਰਨਰ ਦੀ ਹੈ, ਹਰੇਕ ਤੇ ਟੁੱਕਦੀ ਆ, ਠੀਕ ਹੈ ਨਾ। ਉਹ ਉਹਨਾਂ ਚਿਰ ਨਹੀਂ ਟੁੱਕਦੀ, ਹਾਂਜੀ, ਜਿੰਨਾ ਚਿਰ ਤੁਸੀਂ ਕਿਸੇ ਤੋਂ ਹਿਸਾਬ ਕਿਤਾਬ ਨਹੀਂ ਲੈਂਦੇ ਜਾਂ ਉਹਨੂੰ ਕਹਿੰਦੇ ਨੇ ਵੀ ਜ਼ਮੀਨ ਛੱਡ ਦੇ। ਹਾਂਜੀ, ਚਲੋ ਐਸੇ ਕੇਸਿਸ ਹੈਗੇ ਨੇ ਜਿਹੜੇ ਇਸ ਸਟੇਜ ਤੱਕ ਨਹੀਂ ਪਹੁੰਚਦੇ। ਹੁਣ ਇਹਨਾਂ ਨੇ ਅਖੀਰ ਇਹ ਗੱਲ ਹੋਈ ਆ ਕਿ ਕੋਲੋਂ ਪੈਸੇ ਦੇ ਕੇ ਰਾਜੀਨਾਮਾ ਕਰਕੇ ਆਏ ਆ, ਔਰ ਜਿਹੜੇ ਕੋਲੋਂ ਦਿੱਤੇ ਸੀ ਉਹ ਤੱਕ ਜਾਣੇ ਹੀ ਜਾਣੇ ਆ। ਸੋ ਪ੍ਰਾਪਰਟੀ ਹੁਣ ਸਿਰਦਰਦੀ ਬਣਦੀ ਜਾ ਰਹੀ ਹੈ ਜੀ। ਇਹ ਤੁਹਾਡੀ ਜਾਨ ਦਾ ਖਾਓ ਵੀ ਬਣ ਰਹੀ ਹੈ। ਸੌਰੀ, ਮੈਂ ਜੇ ਗੱਲ ਕਹਿ ਰਿਹਾ। ਦੇਖੋ, ਉਹ ਤੁਹਾਨੂੰ ਪ੍ਰੋਬਲਮ ਖੜੀ ਕਰ ਰਹੀ ਹੈ, ਇਹ 'ਚ ਤਾਂ ਕੋਈ ਸ਼ੱਕ ਨਹੀਂ। ਹਾਂਜੀ, ਪਰ ਦੇਖੋ, ਜਿਹਦਾ ਹਜੇ ਸਮੇਟ ਲਈ ਕਈਆਂ ਨੇ ਸਮੇਟਣ ਵਾਲੀ ਆ, ਤੇ ਸਾਡੀ ਤਾਂ ਰਿਕੁਐਸਟ ਜਾਂ ਤੁਹਾਨੂੰ ਇਹੋ ਹੀ ਅਸੀਂ ਤਾਂ ਸਲਾਹ ਦੇ ਸਕਦੇ ਹਾਂ ਬਈ ਆਪੋ ਆਪਣੀ ਪ੍ਰਾਪਰਟੀ ਸਾਂਭੋ ਜਾਂ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਤੁਸੀਂ ਵੇਲੇ ਲਾਓ। ਤਾਂ ਕਿਉਂਕਿ ਅਸੀਂ ਵੀ ਹੁਣ ਜਾ ਕੇ ਤਾਂ ਉੱਥੇ ਰਹਿਣਾ ਨਹੀਂ, ਕਈਆਂ ਨੇ ਜੇ ਜਾਣਾ ਹੋਊ 1% ਵੀ ਨਹੀਂ ਹੋਣੇ ਮੇਰਾ ਖਿਆਲ। ਜਿਵੇਂ ਤੁਸੀਂ ਪਹਿਲਾਂ ਗੱਲ ਕਰਨ ਲੱਗੇ, ਤੁਹਾਡਾ ਇਰਾਦਾ ਸੀ 6 ਮਹੀਨੇ ਇੱਥੇ ਰਹੋਗੇ ਤੇ 6 ਮਹੀਨੇ ਉੱਥੇ ਰਹੋਗੇ, ਤੁਹਾਡੀ ਤਾਂ ਉਹ ਗੱਲ ਬਣੀ ਨਹੀਂ। ਉਦੋਂ ਗੱਲ ਆ ਗਈ, ਵਿੱਚ ਇਹ ਕਾਲ ਆ ਗਈ ਸੀ। ਮੈਂ ਇਹ ਤੱਕਿਆ ਸੀਗਾ, ਮਕਾਨ ਵੀ ਉੱਥੇ ਬਣਾਇਆ ਆ, ਮੈਂ ਜਾਣਾ ਵੀ ਆ ਹਰ ਸਾਲ, ਪਰ 2 ਮਹੀਨੇ ਤੋਂ ਜ਼ਿਆਦਾ ਰਹਿ ਨਹੀਂ ਸਕਦਾ। ਪਰ ਹੁਣ ਉਹ ਵੀ ਮੈਂ ਸੋਚਦਾ ਕਿ ਉਹਨੂੰ ਵੀ ਵੇਚ ਦਈਏ, ਕਿਉਂਕਿ ਦੇਖੋ ਬੱਚੇ ਤੇ ਇੱਥੇ, ਪਰਿਵਾਰ ਸਾਰਾ ਇੱਥੇ, ਤੁਸੀਂ ਹੁਣ ਏਜ ਹੋ ਜਾਂਦੇ ਹੋ, ਫਿਰ ਤੁਸੀਂ ਜਾਣਾ ਆਉਣਾ ਔਖਾ ਹੋ ਜਾਂਦਾ। ਫਿਰ ਉੱਥੇ ਜੇ ਤੁਸੀਂ ਤੁਹਾਡੀ ਵਾਈਫ ਜਾਂਦੀ ਠੀਕ ਆ, ਜੇ ਨਹੀਂ ਜਾਂਦੀ ਫਿਰ ਤੁਹਾਨੂੰ ਕੋਈ ਨਾ ਕੋਈ ਉੱਥੇ ਵਰਕਰ ਰੱਖਣਾ ਪੈਂਦਾ ਰੋਟੀ ਰਾਟੀ ਬਣਾਉਣ ਲਈ ਜਾਂ ਸਫਾਈ ਕਰਨ ਲਈ। ਇਹ ਤਾਂ ਮੁੱਖਦੇ ਐਵੇਂ ਉਹ ਪੰਗੇ ਸਹਿਣ ਵਾਲੀ ਗੱਲ ਇਉਂ ਵੀ ਹੈ ਲਿੱਦਰ ਸਾਹਿਬ ਕਿ ਸਾਡਾ ਜਾਣ ਨੂੰ ਜੀ ਕਰਦਾ ਹੈ, ਅਸੀਂ ਉੱਥੇ ਜੰਮੇ ਪਲੇ ਆ, ਪੈਦਾ ਹੋਏ ਆ, ਰਹੇ ਆ, ਬਿਲਕੁਲ ਕਰਦਾ। ਪਰ ਉਹਦੇ ਚ ਇਉਂ ਨਹੀਂ ਕੀਤਾ ਜਾ ਸਕਦਾ ਵੀ ਜੇ ਸਾਰਾ ਕੁਝ ਸਮੇਟਿਆ ਹੋਵੇ, ਤੁਸੀਂ ਛੁੱਟੀ ਕੱਟਣ ਜਾ ਰਹੇ ਹੋ, ਉੱਥੇ ਕਿਸੇ ਜਗ੍ਹਾ ਤੇ ਸ਼ਹਿਰ 'ਚ ਜਾ ਕੇ ਤੁਸੀਂ ਰਹਿੰਦੇ ਹੋ, ਤੁਸੀਂ ਪਿੰਡ ਗੇੜਾ ਮਾਰਨਾ ਚਾਹੁੰਦੇ, ਦੋਸਤਾਂ ਮਿੱਤਰਾਂ ਨੂੰ ਮਿਲਣਾ, ਮਿਲ ਆਓ, ਵਾਪਸ ਆ ਜਾਓ। ਕਿਉਂ ਨਾ ਬਾਕੀ ਦਾ ਇੰਡੀਆ ਵੀ ਘੁੰਮੇ ਜਾਵੇ, ਤੁਹਾਡਾ ਇੰਡੀਆ ਜਾਣ ਨੂੰ ਜੀ ਕਰਦਾ ਹੈ, ਸਾਰਾ ਇੰਡੀਆ ਦੇਖਣ ਵਾਲਾ ਪਿਆ। ਦੇਖੋ, 1-2 ਬੰਦਿਆਂ ਨੂੰ ਮੈਂ ਜਾਣਦਾ, ਹਾਂਜੀ, ਉਹਨਾਂ ਨੇ ਜ਼ਮੀਨ ਵੇਚ ਕੇ ਤੇ ਪੈਸੇ ਜਮ੍ਹਾਂ ਕਰਵਾਏ ਆ ਜੀ। ਉਹਨਾਂ ਦੇ ਵਿਆਜ ਇੰਨਾ ਕੁ ਹੋ ਜਾਂਦਾ ਵੀ ਜਦੋਂ ਉਹ ਜਾਂਦੇ ਆ 4 ਸਟਾਰ ਹੋਟਲ ਦੇ ਵਿੱਚ ਰਹਿੰਦੇ ਆ ਮਹੀਨਾ ਖੰਡ, ਜਿੱਦਾਂ ਤੁਸੀਂ ਕਹਿੰਦੇ ਆ, ਉਹ ਰੈਂਟ ਕਰਕੇ ਟੈਕਸੀ ਜਿੱਥੇ ਵੀ ਜਾਣਾ ਹੋਵੇ, ਟੂਰ ਕਰਨਾ ਹੋਵੇ, ਉਹ ਵੀ ਕਰਦੇ ਆ। ਨਾ ਕੋਈ ਫਿਕਰ ਨਾ ਫਾਕਾ। ਸਾਨੂੰ ਤਾਂ ਕਈ ਵਾਰੀ ਉੱਥੇ ਜਾ ਕੇ ਟਾਈਮ ਹੀ ਨਹੀਂ ਮਿਲਦਾ,
ਮੈਨੂੰ ਤਾਂ ਇਉਂ ਲੱਗਦਾ ਜੀ ਜਿਹੜੇ ਜਾਇਦਾਦ ਪਿੱਛੇ ਜਾਂਦੇ ਆ ਉਹ ਤਾਂ ਕਿਸੇ ਥਾਂ ਤੇ ਹੋਰ ਜਾ ਹੀ ਨਹੀਂ ਸਕਦੇ, ਜਿੰਨੀ ਦੇਰ ਵਾਸਤੇ ਜਾਂਦੇ ਆ ਉਹ ਉਸੇ ਕੰਮ 'ਚ ਹੀ ਤੁਰੇ ਫਿਰਦੇ ਆ ਔਰ ਮੁੜੇ ਆਉਂਦੇ ਉਹ ਕੰਮ ਹੁੰਦਾ ਵੀ ਹੈ ਨਹੀਂਗਾ। ਹਾਂਜੀ ਬਹੁਤੀ ਵਾਰੀ ਏਦਾਂ ਹੁੰਦਾ। ਪਰ ਮੈਂ ਉਹ ਗੱਲ ਕਹਿਣੀ ਚਾਹੁੰਦਾ, ਮੈਂ 4 ਕੁ ਲਾਈਨਾਂ ਸਾਂਝੀਆਂ ਕਰਨੀਆਂ ਸਾਡੇ ਦਰਸ਼ਕਾਂ ਦੇ ਨਾਲ ਵੀ ਨਾ ਇੰਨੀ ਕਾਹਲੀ ਲੰਘ ਉਮਰੇ, ਹਾਂਜੀ ਨਾ ਇੰਨੀ ਕਾਹਲੀ ਲੰਘ ਉਮਰੇ, ਕੁਝ ਖਾਬ ਅਧੂਰੇ ਰਹਿੰਦੇ ਨੇ ਜਿਹੜੇ ਕਿ ਮਰਦੇ ਤੱਕ ਬੰਦੇ ਦੇ ਖੁਆਬ ਹੁੰਦੇ ਹੋਣੇ ਵੀ ਚਾਹੀਦੇ ਆ ਜੀ। ਨਾ ਇੰਨੀ ਕਾਹਲੀ ਲੰਘ ਉਮਰੇ, ਕੁਝ ਖਾਬ ਅਧੂਰੇ ਰਹਿੰਦੇ ਨੇ, ਉਹ ਫੁੱਟਦੀ ਅਜੇ ਉਮੀਦਾਂ ਦੀ। ਹਾਂਜੀ ਉਹ ਫੁੱਟਦੀ ਅਜੇ ਉਮੀਦਾਂ ਦੀ, ਮੁੱਕ ਜਾਣਾ ਫੇਰ ਹਨੇਰੇ ਨੇ। ਹਾਂਜੀ ਉਹ ਫੁੱਟਦੀ ਅਜੇ ਉਮੀਦਾਂ ਦੀ, ਮੁੱਕ ਜਾਣਾ ਫੇਰ ਹਨੇਰੇ ਨੇ, ਚਾਵਾਂ ਦਾ ਲੱਗਣਾ ਬੂਰ ਅਜੇ। ਹਾਂਜੀ ਇੱਕ ਬੂਟਾ ਲਾਇਆ ਸੱਧਰਾਂ ਦਾ। ਹਾਂਜੀ ਵਾਹ। ਇੱਕ ਬੂਟਾ ਲਾਇਆ ਸੱਧਰਾਂ ਦਾ, ਹਾਂਜੀ ਚਾਵਾਂ ਦਾ ਲੱਗਣਾ ਬੂਰ ਹਜੇ, ਜਿਸ ਰਾਹੇ ਧਰਿਆ ਪੈਰ ਅਸੀਂ। ਹਾਂਜੀ ਜਿਸ ਰਾਹੇ ਧਰਿਆ ਪੈਰ ਅਸੀਂ, ਉਹ ਮੰਜ਼ਿਲ ਦਿਸਦੀ ਦੂਰ ਅਜੇ, ਨਾ ਇੰਨੀ ਕਾਹਲੀ ਲੰਘ ਉਮਰੇ, ਕੁਝ ਖਾਬ ਅਧੂਰੇ ਰਹਿੰਦੇ ਨੇ ਤੇ ਕੁਝ ਖਾਬ ਅਧੂਰੇ ਰਹਿੰਦੇ ਨੇ, ਉਹ ਅਧੂਰੇ ਰਹਿ ਹੀ ਜਾਂਦੇ ਆ ਖਾਬ ਤਾਂ। ਅਸਲ ਮੈਂ ਇਉਂ ਕਹਿੰਦਾ ਜੀ ਹੋਣੇ ਵੀ ਚਾਹੀਦੇ ਆ, ਤੁਹਾਨੂੰ ਕੁਛ ਕਰਦੇ ਰਹਿਣਾ ਚਾਹੀਦਾ। ਜੇ ਤੁਸੀਂ ਇਹ ਕਹੋ ਵੀ ਹੁਣ ਮੁੱਕ ਗਿਆ ਸਾਰਾ ਕੁਝ ਤਾਂ ਫਿਰ ਤਾਂ ਪਾਣੀ ਜਿਹੜਾ ਖੜਾ ਉਹ 'ਚ ਵੀ ਮੁਸ਼ਕ ਮਾਰਨ ਲੱਗ ਜਾਂਦਾ ਜੀ। ਵਗਦਾ ਹੀ ਠੀਕ ਹੈ, ਕਿਉਂ ਨਹੀਂ? ਅੱਛਾ, ਇੱਕ ਹੋਰ ਇਨਫੋਰਮੇਸ਼ਨ ਦੇਣੀ ਸੀ ਸਾਰਿਆਂ ਨੂੰ। ਹਾਂਜੀ ਕਿ ਜਿੰਨੇ ਸੀਨੀਅਰ ਹੋਮ ਆ ਨਾ, ਜਿੰਨੇ ਸੀਨੀਅਰ ਕਲੱਬਾਂ ਨੇ ਜਾਂ ਜਿਹੜੀਆਂ ਕਮਿਊਨਿਟੀ ਸੈਂਟਰ ਨੇ, ਉਹ ਸਾਨੂੰ ਵੀ ਕਾਲ ਆ ਗਈ ਆ ਮਿਸਿਸ ਸਾਗਾ ਮਿਊਨਿਸਪੈਲਿਟੀ ਤੋਂ। ਹਾਂਜੀ ਉਹ ਸੈਕੰਡ ਵੀਕ ਜਿਹੜਾ ਸਪਟੈਂਬਰ ਦਾ ਸਾਰੇ ਖੁੱਲ ਰਹੇ ਨੇ ਕਮਿਊਨਿਟੀ ਸੈਂਟਰ, ਤੇ ਉੱਥੇ ਫਿਰ ਕਲੱਬ ਜਿਹੜੀਆਂ ਲੱਗਣੀਆਂ ਸ਼ੁਰੂ ਹੋ ਜਾਣੀਆਂ, ਸੀਨੀਅਰ ਕਲੱਬ। ਪਰ ਉਹ ਕਹਿੰਦੇ ਆ ਵੀ ਫੂਡ ਅਲਾਉਡ ਨਹੀਂ ਹੋਣਾ। ਠੀਕ ਹੈ ਜੀ। ਤੇ ਚਾਹ ਦਾ ਹਜੇ ਪਤਾ ਨਹੀਂ ਵੀ ਸ਼ਾਇਦ ਅਲਾਉ ਕਰਦੇ ਆ ਕਿ ਨਹੀਂ। ਹਾਂਜੀ ਤੇ 1/3 ਆਫ ਦਾ ਕਪੈਸਿਟੀ ਜਿਹੜਾ ਵੀ ਹਾਲ ਹੋਊਗਾ, ਜਿਹਦੇ ਕੋਲ ਵੀ ਕਈਆਂ ਕੋ ਵੱਡੇ ਆ, ਕਈਆਂ ਕੋ ਛੋਟੇ ਆ, ਕਈਆਂ ਕੋ 400 ਮੈਂਬਰ ਆ, ਕਈਆਂ 200 ਮੈਂਬਰ ਆ, ਕਈਆਂ ਕੋ ਕੁਛ ਆ, ਕਈਆਂ ਕੁਛ, ਉਹ 1/3 ਜਿਹੜੀ ਕਪੈਸਿਟੀ ਆ ਉਸ ਰੂਮ ਦੀ, ਉਹ ਉੱਥੇ ਮੈਂਬਰ ਜਾ ਸਕਣਗੇ। ਠੀਕ ਹੈ। ਇਹ ਜਿਹੜੀ ਮੈਨੇਜਮੈਂਟ ਹਰ ਇੱਕ ਆਪਣੀ ਕਲੱਬ ਦੀ ਹੋਊਗੀ, ਉਹ ਡਿਸਾਈਡ ਕਰਨਗੇ ਜਾਂ ਵੀ ਇਸ ਵੀਕ ਆਹ ਆ ਜਾਣਗੇ, ਦੂਸਰੇ ਵੀਕ ਦੂਜੇ ਆ ਜਾਣਗੇ, ਇਸ ਤਰ੍ਹਾਂ ਐਡਜਸਟਮੈਂਟ ਕਰਨੀ ਪਊਗੀ। ਅਜੇ ਦੇ ਕਾਲ ਲੈ ਲਓ। ਲਓ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ? ਹਾਂਜੀ ਸਤਿ ਸ੍ਰੀ ਅਕਾਲ ਜੀ, ਮੈਂ ਡਾਕਟਰ ਅਮਰਜੀਤ ਬਰਨਾਥ ਬੋਲ ਰਿਹਾ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ। ਬੜੇ ਮੌਕੇ ਨਾਲ ਤੁਸੀਂ ਕਾਲ ਕੀਤਾ, ਮੈਂ ਯਾਦ ਕਰਦਾ ਸੀ ਤੁਹਾਨੂੰ, ਕਿਉਂਕਿ ਆਹ ਜਿਹੜੀ ਇਨਫੋਰਮੇਸ਼ਨ ਹੈ ਕਮਿਊਨਿਟੀ ਸੈਂਟਰਾਂ ਦੀ, ਉਹ ਦੱਸੋ ਸਾਰੀ। ਉਹ ਦੱਸਦੇ ਆ, ਮੈਂ ਤੁਸੀਂ ਇੰਡੀਆ ਦੇ ਸੰਘਰਸ਼ ਦੀ ਗੱਲ ਕਰ ਰਹੇ ਸੀ, ਮੈਂ ਕੈਨੇਡਾ ਦੇ ਸੰਘਰਸ਼ ਦੀ ਗੱਲ ਕਰ ਦਿੰਦਾ। ਹਾਂਜੀ ਜ਼ਰੂਰ ਕਰੋ। ਜੋ ਇੱਥੇ ਰਹਿੰਦੇ ਸਾਨੂੰ ਪ੍ਰੋਬਲਮ ਆਉਂਦੀ ਹੈ। ਤੇ ਇਹ ਇੱਥੇ ਹੈਗਾ ਵੀ ਜਿਹੜੇ ਸਾਡੇ ਕਮਿਊਨਿਟੀ ਸੈਂਟਰ ਮਾਰਚ ਵਿੱਚ ਬੰਦ ਹੋ ਗਏ ਸੀਗੇ ਜੀ। ਤੇ ਉਸ ਤੋਂ ਹੁਣ 5 ਮਹੀਨੇ ਹੋ ਗਏ ਆ, ਤੇ ਅਜੇ ਹੁਣ ਜਿਹੜੀ ਲੇਟੈਸਟ ਹੈ ਫੇਜ਼ 3 ਦੇ ਵਿੱਚ ਸਾਨੂੰ ਖਬਰ ਮਿਲੀ ਹੈ ਕਿ ਲੇਬਰ ਡੇ ਜਿਹੜਾ 7 ਸਤੰਬਰ 'ਚ ਆਉਂਦਾ, ਉਸ ਤੋਂ ਬਾਅਦ ਖੁੱਲਣਗੇ ਕਮਿਊਨਿਟੀ ਸੈਂਟਰ। ਠੀਕ ਹੈ। ਤੇ ਇਹ ਇੱਕ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਲਈ ਕਿ ਇਹ ਕਮਿਊਨਿਟੀ ਸੈਂਟਰ ਖੋਲ ਰਹੇ ਨੇ। ਉਹਦੇ ਖੋਲਣ ਤੋਂ ਪਹਿਲਾਂ ਉਹ ਕਾਫੀ ਕਹਿ ਲਓ ਜਿੱਦਾਂ ਇਨਫੋਰਮੇਸ਼ਨ ਲੈਣਾ ਚਾਹੁੰਦੇ ਆ, ਸਰਵੇ ਕਰਨਾ ਚਾਹੁੰਦੇ ਆ। ਤੇ ਜਿਹੜੇ ਸੀਨੀਅਰ ਨੇ ਨਾ ਘਰਾਂ 'ਚ ਬੈਠੇ ਤੰਗ ਆਏ ਆ, ਪਰ ਉਹ ਡਰੇ ਵੀ ਹੈਗੇ ਆ। ਇਹ ਕਰੋਨਾ ਵਾਇਰਸ ਕਰਕੇ ਡਰ ਵੀ ਲੱਗਦਾ, ਉਹਨੂੰ ਬਾਹਰ ਨਿਕਲਦੇ ਆ। ਤੇ ਉਹ ਸਾਨੂੰ ਪੁੱਛ ਰਿਹਾ ਕਮਿਊਨਿਟੀ ਸੈਂਟਰ ਵਾਲੇ ਤੇ ਕਿ ਤੁਹਾਡੇ ਸੀਨੀਅਰ ਆਉਣ ਦੇ ਲਈ ਤਿਆਰ ਵੀ ਹਨ ਕਿ ਨਹੀਂ। ਸਾਡੀ ਇੱਕ ਇਹ ਕੁਐਸਚਨ ਉਹਨਾਂ ਨੇ ਕੀਤਾ ਤੇ ਉਹਨਾਂ ਨੂੰ ਅਸੀਂ ਪੁੱਛਿਆ ਵੀ ਜੇ ਸੀਨੀਅਰ ਸਾਡੇ ਤਿਆਰ ਨੇ ਤੇ ਅਸੀਂ ਕਿੰਨਾ ਕੰਡੀਸ਼ਨਾਂ ਦੇ ਨਾਲ ਅਸੀਂ ਤੁਹਾਡੇ ਇੱਥੇ ਆ ਸਕਦੇ ਹਾਂ। ਉਹਦੇ ਨਾਲ ਗੱਲਬਾਤ ਚੱਲ ਰਹੀ ਹੈ ਕਮਿਊਨਿਟੀ ਸੈਂਟਰ ਵਾਲਿਆਂ ਨਾਲ। ਤੇ ਉਹ ਕਹਿ ਰਹੇ ਵੀ ਇੱਕ ਤਾਂ ਹਰ ਇੱਕ ਨੂੰ ਅੰਦਰ ਮਾਸਕ ਪਾਉਣਾ ਪਏਗਾ, ਇੱਕ ਸਾਡਾ ਫਿਜ਼ੀਕਲ ਡਿਸਟੈਂਸ ਹੈ ਉਹ ਰੱਖਣਾ ਪਏਗਾ, ਤੇ ਇੱਕ ਉਹਨਾਂ ਹਰ ਇੱਕ ਨੂੰ ਪੁੱਛਣਗੇ ਕਿ ਤੁਹਾਡਾ ਹੈਲਥ ਬਾਰੇ ਵੀ ਸਾਰੀ ਠੀਕ ਠਾਕ ਹੈਗੀ ਹੈ। ਇਦਾਂ ਦੀਆਂ ਕੋਈ ਕਰਕੇ ਨਾ ਗੱਲਾਂ ਤੇ ਫਿਰ ਉਹ ਕਰਨਗੇ ਤੇ ਇਸ ਤਰ੍ਹਾਂ ਦੀ ਪੁੱਛਗਿੱਛ ਕਰਨਗੇ ਸਾਡੇ ਆਉਣ ਦੇ ਲਈ। ਤੇ ਹੁਣ ਸਾਡੀ ਕੱਲ ਜ਼ੂਮ ਤੇ ਮੀਟਿੰਗ ਹੈ ਸੀਨੀਅਰ ਦੇ ਨਾਲ,
ਉੱਥੇ ਅਸੀਂ ਸਰਵੇ ਕਰਾਂਗੇ ਵੀ ਕਿੰਨੇ ਸੀਨੀਅਰ ਤਿਆਰ ਹਨ ਜਿਹੜੇ ਆਉਣ ਦੇ ਲਈ। ਠੀਕ ਹੈ ਜੀ। ਤੇ ਜੇ ਮੈਜੋਰਟੀ ਤਿਆਰ ਹੈ ਤਾਂ ਜ਼ਰੂਰ ਫਿਰ ਸਾਡਾ 8 ਨੰਬਰ ਤੋਂ ਸਾਡੇ ਖੁੱਲ ਜਾਣਗੇ। ਠੀਕ ਹੈ ਜੀ। ਜਿਹੜੀਆਂ ਉਹਦੀਆਂ ਕੰਡੀਸ਼ਨਸ ਨੇ ਉਹ ਅਸੀਂ ਕਰਾਂਗੇ। ਉਹ ਫਿਰ ਸਾਨੂੰ 8 ਫੁੱਟ ਦੇ ਡਿਸਟੈਂਸ ਘੱਟੋ ਘੱਟ ਬਿਠਾਉਣਗੇ ਸਭ ਨੂੰ ਇੱਕ ਕਮਰੇ 'ਚ। ਤੇ ਕਮਰੇ ਦੀ ਹੈਗੀ ਹੈ 150 ਕੋਈ 50 ਤੋਂ ਜ਼ਿਆਦਾ ਨਹੀਂ ਉੱਥੇ ਸੀਨੀਅਰ ਬੈਠ ਸਕਦੇ। ਠੀਕ ਹੈ ਜੀ। ਤੇ ਉਸ ਤਰ੍ਹਾਂ ਦਾ ਉਹਨਾਂ ਨੇ ਸਰਵੇ ਉਹ ਕਰ ਰਹੇ ਆ ਤੇ ਕੋਸ਼ਿਸ਼ ਕਰ ਰਹੇ ਆ। ਤੇ ਹੁਣ ਜਿਹੜੇ ਸਾਡੇ ਸੀਨੀਅਰ ਉਹਨਾਂ ਤੋਂ ਡਰ ਕੇ ਘਰੇ ਬੈਠੇ ਨੇ, ਹਾਂਜੀ, ਇੱਕ ਉਹਦਾ ਸੰਘਰਸ਼ ਹੈ ਤੇ ਬਾਹਰ ਮੇਰੇ ਖਿਆਲ ਨਾਲ ਬਾਹਰ ਨਿਕਲਣਾ ਚਾਹੁੰਦੇ ਆ। ਇਸ ਤਰ੍ਹਾਂ ਹੀ ਹੈ ਵੀ ਅਸੀਂ ਪ੍ਰੀਕਾਸ਼ਨਸ ਲੈ ਕੇ ਉਹਨਾਂ ਨੂੰ ਆਪਣਾ ਬਾਹਰ ਲਿਆਈਏ ਤੇ ਉਹਨਾਂ ਫਿਰ ਰੂਬਰੂ ਗੱਲਬਾਤ ਹੋਵੇ ਤੇ ਉਹ ਇੱਕ ਆਪਣਾ ਹੀ ਹੁੰਦਾ ਕਰਨ ਵਾਲਾ। ਤੇ ਇੱਕ ਮੈਂ ਗੱਲ ਦੱਸਦਾ, ਇਸ ਦੇ ਉੱਤੇ ਇੱਕ ਭਾਰਤ ਦੇ ਵਿੱਚ ਸਰਵੇ ਹੋਇਆ ਸੀਗਾ ਜਿਸ ਵਿੱਚ ਦੱਸਿਆ ਕਿ ਜਿਹੜੀ ਮਾਸਕ ਨਹੀਂ ਪਾਉਂਦੇ ਨਾ, ਜਿਹਨੂੰ ਕਰੋਨਾ ਵਾਇਰਸ ਹੈ, ਜੇ ਦੂਜਾ ਨਹੀਂ ਪਾਉਂਦਾ ਤੇ ਕੰਟੈਕਟ ਚਾਹੁੰਦੇ ਆਉਂਦੇ ਆ ਤੇ 90% ਚਾਂਸ ਹੈ ਕਿ ਤੁਹਾਨੂੰ ਕਰੋਨਾ ਵਾਇਰਸ ਹੋ ਜਾਏਗਾ। ਜੇ ਦੋਨੇ ਜਣੇ ਮਾਸਕ ਪਾ ਲੈਂਦੇ ਆ, ਕਰੋਨਾ ਹੋਇਆ ਜਾਂ ਨਹੀਂ ਵੀ ਹੋਇਆ, ਤੇ ਫਿਰ ਤੁਹਾਡਾ ਜਿਹੜਾ ਚਾਂਸ ਕਰੋਨਾ ਦਾ ਜਿਹਨੂੰ ਨਹੀਂ ਹੋਇਆ ਨਾ 1.5% ਰਹਿ ਜਾਂਦਾ। ਵਾਹ ਜੀ, ਕਿੰਨਾ ਫਰਕ ਹੈ। ਵਾਹ ਜੀ ਵਾਹ। ਤੇ ਇੰਨਾ ਫਰਕ ਹੈਗਾ ਤੇ ਇਸ ਕਰਕੇ ਮਾਸਕ ਜਿਹੜੇ ਨਾ ਉਹ ਬਹੁਤ ਜ਼ਰੂਰੀ ਹੈ। ਜੇ ਹੁਣ ਸਾਡੇ ਸੀਨੀਅਰ ਆਉਣਗੇ ਵੀ ਕਲੱਬ ਦੇ ਵਿੱਚ, ਉਹਨਾਂ ਨੂੰ ਹਰ ਟਾਈਮ ਮਾਸਕ ਪਾ ਕੇ ਰੱਖਣਾ ਪਏਗਾ। ਡਾਕਟਰ ਸਾਹਿਬ, ਤੁਹਾਨੂੰ ਇੱਕ ਗੱਲ ਤੁਹਾਨੂੰ ਯਾਦ ਹੋਗੀ, ਤੁਸੀਂ ਇੱਥੇ ਇੰਨੀ ਦੇਰ ਦੇ ਹੋ, ਜਦੋਂ ਸੀਟ ਬੈਲਟ ਵਾਸਤੇ ਸ਼ੁਰੂ ਹੋਈ ਸੀ ਆਪਣੇ ਇੱਥੇ ਮੈਂਡੇਟਰੀ ਹੋਈ ਸੀ, ਤਕਰੀਬਨ 80 ਦੇ ਵਿੱਚ ਸ਼ੁਰੂ ਹੋਈ ਸੀ, ਉਦੋਂ ਬੜੇ ਲੋਕਾਂ ਨੇ ਇਤਰਾਜ਼ ਕੀਤਾ ਸੀ ਕਿ ਮੈਂ ਸੀਟ ਬੈਲਟ ਨਹੀਂ ਲਾਉਣੀ, ਮੈਨੂੰ ਜ਼ਰੂਰਤ ਨਹੀਂ ਹੈ। ਇਹਦੇ ਬੜੀ ਇਹਦਾ ਵਿਰੋਧ ਹੋਇਆ ਸੀ ਇੱਕ ਹਿਸਾਬ ਦੇ ਨਾਲ। ਪਰ ਹੁਣ ਦੇਖੋ ਹਰ ਕੋਈ ਸੀਟ ਬੈਲਟ ਲਾ ਰਿਹਾ, ਔਰ ਹੁਣ ਇਟਸ ਪ੍ਰੂਵਨ ਫੈਕਟਰ ਨਾਓ ਦੈਟ ਕਿ ਐਕਸੀਡੈਂਟ ਦੇ ਵਿੱਚ ਤੁਹਾਡੀ ਜਾਨ ਬਚਣ ਦੇ ਚਾਂਸਸ ਜ਼ਿਆਦਾ ਹੈ ਜੇ ਸੀਟ ਬੈਲਟ ਲੱਗੀ ਹੋਈ ਹੈ। ਇਹ ਕੁਝ ਉਵੇਂ ਹੀ ਹੁਣ ਮਾਸਕ ਵਾਲੀ ਗੱਲ ਹੈ, ਇਹ ਕੁਝ ਸਮਝਣ ਦੀ ਲੋੜ ਹੈ ਵੀ ਜੇ ਹੋ ਸਕਦਾ ਹੁਣ ਤੋਂ ਅਸੀਂ 10 ਸਾਲਾਂ ਨੂੰ ਕਹੀਏ ਮਾਸਕ ਪਾਉਣਾ ਚੰਗਾ ਹੁੰਦਾ ਸੀਗਾ, ਸਾਨੂੰ ਹਰੇਕ ਨੂੰ ਪਾਉਣਾ ਚਾਹੀਦਾ ਸੀਗਾ। ਡਾਕਟਰ ਸਾਹਿਬ, ਮੈਂ ਉਹ ਭੁੱਲ ਨਾ ਜਾਈਏ, ਤੁਸੀਂ ਆਪਣਾ ਜਿਹੜਾ ਕੋਰਸ ਕਰਾਉਂਦੇ ਹੋ ਕੰਪਿਊਟਰ ਦਾ, ਉਹਦੇ ਵਾਸਤੇ ਸਾਰੇ ਸੀਨੀਅਰ ਨੂੰ ਦੱਸ ਦਿਓ ਕਿ ਉਹ ਕਲਾਸਾਂ ਤੁਸੀਂ ਕਦੋਂ ਤੋਂ ਸ਼ੁਰੂ ਕਰੋਗੇ? ਉਹੀ ਕਰ ਰਹੇ ਆ। ਇੱਕ ਸਾਨੂੰ ਕਮਰਾ ਮਿਲਿਆ ਹੈ, ਉਹਦੇ 'ਚ ਕੋਈ 10 ਲੋਕੀ ਬਹਿ ਸਕਦੇ ਆ ਜੀ ਬੰਦੇ ਜੀ, ਤੇ ਉਹ ਤੋਂ ਜ਼ਿਆਦਾ ਨਹੀਂ। ਉਹ ਹੁਣ ਆਪਾਂ ਸਰਵੇ ਕਰਾਂਗੇ ਵੀ ਕਿੰਨੇ ਬੰਦੇ ਲਾਉਣਾ ਚਾਹੁੰਦੇ ਆ ਤੇ ਉਸ ਹਿਸਾਬ ਦੇ ਨਾਲ ਆਪਾਂ ਦੇ ਨਾਂ ਲਵਾਂਗੇ ਜੀ, ਤੇ ਉਹ ਉਸ ਲਾਵਾਂਗੇ ਜ਼ਰੂਰ, ਪਰ ਇੱਕਦਮ ਨਹੀਂ ਹੋਏਗਾ ਵੀ ਸਾਨੂੰ ਕੰਡੀਸ਼ਨਾਂ ਦੇਖਣੀਆਂ ਪੈਣੀਆਂ, ਕਿਉਂਕਿ ਕੰਡੀਸ਼ਨ ਕੀ ਲਾਉਂਦੇ ਆ। ਜਿੱਦਾਂ ਕਹਿੰਦੇ ਵੀ ਉੱਥੇ ਖਾਣ ਪੀਣ ਲਈ ਨਹੀਂ ਕੁਝ ਲਿਆ ਸਕਦੇ, ਤੇ ਕੋਈ ਖਾ ਨਹੀਂ ਸਕਦੇ, ਤੇ ਇੱਦਾਂ ਦੀਆਂ ਨਾ ਕਈ ਕੰਡੀਸ਼ਨ ਹੈਗੀਆਂ ਜਿਹੜੀਆਂ ਕਿ ਸੁਣਨਾ ਚਾਹੁੰਦੇ ਆ। ਤੇ ਉਸ ਇਸ ਲਈ ਹੀ ਪੁੱਛਿਆ ਉਹਨੇ ਵੀ ਕੀ ਤੁਸੀਂ ਸੀਨੀਅਰ ਇੰਟਰਸਟਿਡ ਹੈਗੇ ਆ, ਜਦੋਂ ਤੁਸੀਂ 8 ਤਰੀਕ ਨੂੰ ਖੋਲਦੇ ਹੈਗੇ ਆ ਕਮਿਊਨਿਟੀ ਸੈਂਟਰ, ਆਉਣ ਲਈ ਤਿਆਰ ਹੈ ਕਿ ਨਹੀਂ? ਠੀਕ ਹੈ ਜੀ। ਤੇ ਉਹਦੇ ਤੇ ਉਹਨਾਂ ਦੀ ਡਿਸਕਸ਼ਨ ਹੋਏਗੀ ਨੈਕਸਟ 1-2 ਹਫ਼ਤੇ। ਤੇ ਕੀ ਕਹਿੰਦੇ ਸੀ, ਮੈਂ ਤਾਂ ਕਹਿਤਾ ਵੀ ਅਸੀਂ ਆਉਣ ਲਈ ਤਿਆਰ ਹੈ, ਪਰ ਕੱਲ ਪੁੱਛਣੇ ਚਾਹਾਂਗੇ ਵੀ ਕਿੰਨੇ ਸੀਨੀਅਰ ਆਉਣ ਲਈ ਤਿਆਰ ਨੇ। ਠੀਕ ਹੈ, ਤੇ 25 ਬੰਦੇ ਆਉਂਦੇ ਆ ਤੇ ਉਹਨਾਂ ਦੇ ਅਸੀਂ ਸਰਵੇ ਕਰਾਂਗੇ। ਠੀਕ ਹੈ ਜੀ, ਹੋਮ ਕਿੰਨੇ ਆਉਣ ਲਈ ਤਿਆਰ ਹਨ। ਠੀਕ ਹੈ ਜੀ। ਤੇ ਉਸਦੇ ਨਾਲ ਇੱਕ ਹੋਰ ਗੱਲ ਹੈਗੀ ਹੈ ਕਿ ਸਾਡੀ ਕੋਸ਼ਿਸ਼ ਹੈ ਵੀ ਜਿਹੜਾ ਕਦਮ ਉਠਾਈਏ ਉਹ ਸੀਨੀਅਰ ਦੇ ਲਈ ਸੇਫ ਹੋਵੇ ਜੀ। ਅਸੀਂ ਇਹ ਨਹੀਂ ਚਾਹੁੰਦੇ ਕਿ ਅਸੀਂ ਇੱਕਦਮ ਕਹਿ ਦਈਏ ਚਲੇ ਜਾਣਾ, ਤੇ ਸੇਫਟੀ ਸਭ ਤੋਂ ਇੰਪੋਰਟੈਂਟ ਹੈਗੀ ਹੈ ਜੀ ਜੀ। ਤੇ ਉਹ ਸੀਨੀਅਰ ਆਪਣੇ ਸਟੋਰਾਂ 'ਚ ਵੀ ਜਾਂਦੇ ਆ, ਫੂਡ ਸਟੋਰਾਂ ਦੇ ਵੀ ਜਾਂਦੇ ਆ, ਸ਼ਾਪਿੰਗ ਵੀ ਕਰਨ ਲਈ ਜਾਂਦੇ ਆ ਕਈ ਸੀਨੀਅਰ, ਤੇ ਮਾਸਕ ਪਾ ਕੇ ਜਾਂਦੇ ਆ। ਇਸ ਤਰੀਕੇ ਨਾਲ ਜੇ ਉਹ ਕਮਿਊਨਿਟੀ ਸੈਂਟਰ 'ਚ ਮਾਸਕ ਪਾ ਕੇ ਆ ਜਾਣ ਤੇ ਉਹ ਵੀ ਕੋਈ ਐਸੀ ਗੱਲ ਨਹੀਂ ਹੈ। ਠੀਕ ਹੈ ਜੀ। ਤੇ ਕੰਪਿਊਟਰ ਕਲਾਸਿਸ ਲਾਵਾਂਗੇ ਤੇ ਉਹਦੇ 'ਚ ਵੀ ਮਾਸਕ ਪਾਉਣਾ ਹੀ ਪਏਗਾ। ਬਿਲਕੁਲ। ਉਹ ਆਪਣਾ ਕੰਪਿਊਟਰ ਲਿਆਉਣਗੇ ਤੇ ਅਸੀਂ ਜ਼ਰੂਰ ਕੰਪਿਊਟਰ ਕਲਾਸਾਂ ਵੀ ਲਾਵਾਂਗੇ, ਪਰ ਉਹ ਇੱਕਦਮ ਨਹੀਂ ਸ਼ੁਰੂ ਹੋਣਗੀਆਂ। ਹੁਣ 8 ਤਰੀਕ ਤੋਂ ਬਾਅਦ ਅਸੀਂ ਸ਼ੁਰੂ ਕਰਾਂਗੇ, ਜਸਟ ਵਿਦਿਨ ਵੀਕ or 2 ਤੋਂ ਬਾਅਦ। ਕਿੰਨੇ ਚਾਹੁੰਦੇ ਆ ਕਿ ਅਸੀਂ 10 ਬੰਦੇ ਐਟ ਅ ਟਾਈਮ ਉਸ ਕਮਰੇ ਵਿੱਚ ਬਿਠਾ ਸਕਦੇ ਹਾਂ। ਠੀਕ ਹੈ ਜੀ, ਥੈਂਕ ਯੂ ਡਾਕਟਰ ਸਾਹਿਬ। ਅੱਗੇ ਤਾਂ 20 ਵੀ ਬਹਿ ਜਾਣ ਤੇ ਕੋਈ ਗੱਲ ਨਹੀਂ ਸੀ ਹੁੰਦੀ, ਪਰ ਹੁਣ ਉਹਨਾਂ ਨੇ ਲਿਮਟ ਕਰਤੀ ਹੈ ਤੇ 10 ਜਿਹੜਾ ਕਮਰਾ ਹੈ, ਛੋਟਾ ਕਮਰਾ ਹੈਗਾ, ਸਾਨੂੰ 1 ਘੰਟੇ ਲਈ ਮਿਲਦਾ। ਠੀਕ ਹੈ ਜੀ, ਤੇ 10 ਬੰਦੇ ਉਹਦੇ ਵਿੱਚ ਬਹਿ ਸਕਦੇ ਆ। ਠੀਕ ਹੈ ਜੀ। ਇਸ ਤਰ੍ਹਾਂ ਦਾ ਪ੍ਰੋਗਰਾਮ ਚੱਲ ਰਿਹਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਸੀਨੀਅਰ ਜਿਹੜੇ ਘਰਾਂ 'ਚ ਬੈਠੇ ਤੰਗ ਹੋਏ ਨੇ ਔਰ ਬਾਹਰ ਨਿਕਲਣਗੇ, ਆਪਣੇ ਇੱਕ ਦਿਨ ਸੋਸ਼ਲਾਈਜ਼ ਕਰਨਗੇ, ਗੱਲਾਂ ਬਾਤਾਂ ਮਾਰਾਂਗੇ, ਆਪਣਾ ਵੀ ਦੱਸਣਗੇ, ਤੇ ਉਹ
ਜ਼ੂਮ ਦੇ ਨਾਲ ਅਸੀਂ 4 ਮਹੀਨਿਆਂ ਤੋਂ 5 ਮਹੀਨਿਆਂ ਤੋਂ ਜ਼ੂਮ ਤੇ ਮੀਟਿੰਗਾਂ ਕਰ ਰਹੇ ਹਾਂ। ਠੀਕ ਹੈ ਜੀ। ਉਹ ਗੱਲ ਹੋ ਰਹੀ ਹੈ, ਆਮੋ ਸਾਹਮਣੇ ਬੈਠ ਕੇ ਗੱਲਾਂ ਕਰਨੀਆਂ ਉਹ ਆਪਣੀ ਬਿਲਕੁਲ ਜੀ ਹੈਗਾ। ਠੀਕ ਹੈ ਜੀ, ਬਹੁਤ ਮਿਹਰਬਾਨੀ। ਚੱਲ ਰਿਹਾ ਸੀ ਅਗਲੇ ਹਫ਼ਤੇ ਜੇ ਮੈਨੂੰ ਹੋਰ ਇਨਫੋਰਮੇਸ਼ਨ ਮਿਲੀ ਕਮਿਊਨਿਟੀ ਸੈਂਟਰ ਤੋਂ ਹਾਂਜੀ ਇਹਨਾਂ ਦੀਆਂ ਹੋਰ ਕੰਡੀਸ਼ਨਸ ਕੀ ਨੇ ਉਹ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗਾ। ਡਾਕਟਰ ਸਾਹਿਬ ਥੈਂਕ ਯੂ ਸੋ ਨਾਈਸ ਆਫ ਯੂ। ਥੈਂਕ ਯੂ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਮਿਸਿਸਾਗਾ ਸੀਨੀਅਰ ਕਲਚਰਲ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ। ਇਹ ਕੰਪਿਊਟਰ ਦਾ ਕਲਾਸਾਂ ਲਾਉਂਦੇ ਆ ਹਾਂਜੀ ਔਰ ਫ੍ਰੀ ਕੋਰਸ ਦਿੰਦੇ ਨੇ। ਉਹਦੇ ਚ ਕੰਪਿਊਟਰ ਨਾਲ ਆਈਪੈਡ ਹੀ ਜਿਹਦੇ ਕੋਲ ਹੋਵੇ ਉਹ ਆਪਣਾ ਆਈਪੈਡ ਲੈ ਆਵੇ। ਬਿਲਕੁਲ। ਤੇ ਜਿੱਦਾਂ ਇਹਨਾਂ ਨੇ ਦੱਸਿਆ 2 ਵੀਕ ਦੇ ਵਿੱਚ ਤੁਹਾਨੂੰ ਸਾਰੀ ਇਨਫੋਰਮੇਸ਼ਨ ਅਸੀਂ ਪਹੁੰਚਾ ਦਿਆਂਗੇ, ਦੱਸ ਦਿਆਂਗੇ ਇੱਦਾਂ TV ਜ਼ਰੀਏ। ਤੇ ਤੁਸੀਂ ਉਸ ਤਰ੍ਹਾਂ ਫਿਰ ਡਾਕਟਰ ਸਾਹਿਬ ਦਾ ਨੰਬਰ ਵੀ ਦੇ ਦਿਆਂਗੇ ਅਸੀਂ, ਤੇ ਤੁਸੀਂ ਕੰਟੈਕਟ ਕਰਕੇ ਆਪਣਾ ਨਾਮ ਰਜਿਸਟਰ ਕਰਾ ਦੇਣਾ ਕੰਪਿਊਟਰ ਕਲਾਸ 'ਚ। ਜਿਹੜੇ ਵੀ ਸਾਡੇ ਸੀਨੀਅਰ ਸਿੱਖਣਾ ਚਾਹੁੰਦੇ ਆ ਔਰ ਬੇਸਿਕ ਤਾਂ ਜ਼ਰੂਰ ਆਉਣਾ ਚਾਹੀਦਾ ਹਰ ਇੱਕ ਨੂੰ, ਕਿਉਂਕਿ ਅੱਜ ਕੱਲ੍ਹ ਜੀ ਇਹਦੇ ਬਿਨਾਂ ਗੁਜ਼ਾਰਾ ਨਹੀਂ ਹੈ। ਟਾਈਮ ਇਦਾਂ ਦਾ ਆ ਗਿਆ ਕਿ ਸਾਡਾ ਇਹਦੇ ਬਿਨਾਂ ਗੁਜ਼ਾਰਾ ਹੋਣਾ ਹੀ ਨਹੀਂ। ਬਿਲਕੁਲ ਜੀ, ਸਾਨੂੰ ਈਮੇਲ ਕਰਨੀ ਇਹ ਜਾਂ ਕੁਝ ਕਰਨਾ ਸਾਨੂੰ ਆਉਣਾ ਚਾਹੀਦਾ, ਸਾਨੂੰ ਸਿੱਖਣਾ ਹੀ ਪਏਗਾ ਜੀ, ਕਿਉਂਕਿ ਹਾਲਾਤ ਇਸ ਵੇਲੇ ਬਣ ਰਹੇ ਨੇ ਕਿ ਅੱਜ ਕੱਲ੍ਹ ਤੁਹਾਨੂੰ ਕੋਈ ਸੁਨੇਹਾ ਵੀ ਦਿੰਦਾ ਉਹ ਕਹਿੰਦਾ ਜੀ ਮੈਨੂੰ ਟੈਕਸਟ ਕਰ ਦਿਓ। ਟੈਕਸਟ ਕਰ ਦਿਓ, ਬਿਲਕੁਲ 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 ਠੀਕ ਹੈ। ਬਿਲਕੁਲ ਸਾਨੂੰ ਹੁਣ ਉਹ ਗੱਲਾਂ ਹੈ ਨਹੀਂ ਗਿਆ, ਪੈਨ ਕਿਸੇ ਕੋਲੇ ਹੈ ਨਹੀਂਗਾ ਜੀ। ਅਗਲੇ ਨੇ ਉਹਦੇ ਆਪਦੇ ਤੁਹਾਨੂੰ ਤੁਸੀਂ ਕਿਸੇ ਦਾ ਫੋਨ ਨੰਬਰ ਵੀ ਲੈਣਾ ਮੋਸਟਲੀ ਤੁਹਾਨੂੰ ਅੱਜ ਕੱਲ੍ਹ ਇਹ ਆ ਜਵਾਬ ਹੈ ਟੈਕਸਟ ਕਰ ਦਿਓ। ਟੈਕਸਟ ਕਰ ਦਿਓ, ਯੈਸ। ਠੀਕ ਹੈ ਨਾ। ਸੋ ਸਾਨੂੰ ਇਹ ਗੱਲ ਸਿੱਖਣੀ ਪੈਣੀ ਹੈ, ਜਿੰਨਾ ਛੇਤੀ ਸਿੱਖੋਗੇ ਉਨੇ ਚੰਗੇ ਰਹੋਗੇ। ਇਹ ਮੰਨ ਕੇ ਚੱਲੋ ਕਿ ਇਹ ਸਿੱਖਣਾ ਹੀ ਪੈਣਾ। ਲਿਦਰ ਸਾਹਿਬ ਆਪਾਂ ਗੱਲਾਂ ਪਹਿਲਾਂ ਕਾਲ ਲੈ ਲਈਏ ਜੀ। ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ ਤੁਸੀਂ? ਮੈਂ ਕੈਟਾਗਰੀ ਤੋਂ ਬੋਲਦਾ ਜੀ, ਅਲਵਰਡਾ ਤੇ। ਮੈਂ ਤੁਹਾਡੇ ਪ੍ਰੋਗਰਾਮ ਦੇਖਦਾ ਬੈਠਾ ਆਪਣੇ, ਵੈਸੇ ਤਾਂ ਮੈਂ ਤੁਹਾਡੇ ਆਪਣੇ ਲਾਗੇ ਦਾ ਹੀ ਛੋਟੇ ਰਾਜੋਂ ਦੇ ਨਾਲ ਫੇਰ ਹੀ ਵਿਆਹਿਆ ਹੋਇਆ। ਅੱਛਾ, ਮੈਂ ਫੇਰ ਹੀ ਰਿਹਾ ਜੀ ਬਹੁਤ ਦੇਰ। ਬੜੀ ਖੁਸ਼ੀ ਨਾਲ ਛੋਟੇ ਰਾਜੋਂ ਨਾਲ ਮੇਰਾ ਭਰਾ ਵਿਆਹ ਹੋਇਆ। ਤੁਸੀਂ ਇੱਕ ਦਿਨ ਜ਼ਿਕਰ ਕੀਤਾ ਸੀਗਾ, ਆਪਾਂ ਕਲੋਨੀਆ ਸ਼ੇਖਪੁਰਾ ਪਿੰਡ ਆ ਮੇਰਾ। ਅੱਛਾ। ਤੇ ਤੁਸੀਂ ਜ਼ਿਕਰ ਕੀਤਾ ਸੀ ਮੇਰੇ ਗੁਆਂਢੀ ਹੋ। ਹਾਂਜੀ ਥੈਂਕ ਯੂ ਜੀ। ਕੀ ਕਹਿਣਾ ਚਾਹੋਗੇ? ਮੈਂ ਇੱਕ ਫਰਾਈਡੇ ਦੀ ਨਿਊਜ਼ ਹੈਗਾ ਤੁਹਾਡੇ ਸੀਨੀਅਰ ਦੀ, ਮਤਲਬ ਜਿਹੜਾ ਅਮਰੀਕਾ ਦਾ ਇੱਕ ਸੀਨੀਅਰ ਡਾਕਟਰ ਸੀ ਨਾ, ਹਾਂਜੀ, ਉਹ ਕਹਿੰਦਾ ਜੇ ਕੋਈ ਮੈਡੀਸਨ ਕੰਪਨੀ ਕਿਸੇ ਵੀ ਕੰਟਰੀ ਤਿਆਰ ਕਰਦੀ ਆ ਤੇ ਤੁਸੀਂ ਵੀ ਹਨਾ ਇੰਟਰਨੈਟ ਤੇ ਆਉਣਾ ਦੇਖ ਲਿਓ ਜੀ। ਉਹ ਕਹਿੰਦਾ 50 ਤੋਂ 60% ਹੀ ਕਹਿੰਦਾ ਕੰਮ ਕਰੂਗੀ। ਜਿਆਦਾ ਤਾਂ ਕਹਿੰਦਾ ਮੇਰੇ ਬੇਟੀਆਂ ਔਰ ਧਮਕੀਆਂ ਮਿਲ ਰਹੀਆਂ ਨੇ ਵੀ ਤੂੰ ਇਹ ਜ਼ਾਹਰ ਨਾ ਕਰ। ਇਹ ਫਰਾਈਡੇ ਦੀ ਨਿਊਜ਼ ਆ। ਇੱਕ ਤਾਂ ਸਰਦਾਰ ਸਾਹਿਬ ਬੈਠੇ ਨੇ, ਇਹਨਾਂ ਨੂੰ ਬਹੁਤ ਚਿਰ ਹੋ ਗਿਆ, ਮੈਨੂੰ ਵੀ 28-30 ਸਾਲ ਹੋ ਗਏ, ਇਹਨੂੰ ਤਾਂ 50 ਸਾਲ ਦੇ ਉੱਪਰ ਬਹੁਤ ਦੱਸਦੇ ਹੋਣਗੇ। ਇੱਕ ਜਿਵੇਂ ਹੁਣ ਮੈਂ ਵੀ ਨਾ 65 ਹੋ ਚੁੱਕਿਆ, ਮਤਲਬ ਇਹਦੇ ਵਿੱਚ ਜਿਹੜਾ ਸਾਨੂੰ ਪਾਸ ਮਿਲਦਾ ਨਾ ਹੈਗਾ ਥੋੜਾ ਸੀਨੀਅਰ ਦਾ ਵਿਸ਼ਾ, ਮੈਂ ਥੋੜਾ ਜਿਹੜਾ ਪਾਸੇ ਚੱਲ ਗਿਆ, ਮਾਫ ਕਰਨਾ ਕੋਈ ਗੱਲ ਨਹੀਂ। ਤੇ ਉਹਦੇ ਬਾਬਤ ਵੀ ਨਾ ਉਹ ਹਸਬੈਂਡ ਵਾਈਫ ਦੀ, ਹੁਣ ਵਾਈਫ ਦੀ ਥੋੜੀ ਜਿਹੀ ਆਪਣੇ ਘੱਟ ਹੁੰਦੀ ਆ, ਮੇਰੇ ਅੱਗਾ ਸੀ ਥੋੜਾ ਜਿਹਾ 2-4 ਸਾਲ ਦਾ ਫਰਕ ਹੁੰਦਾ। ਉਹਦਾ ਜਿਹੜਾ ਪਾਸ ਲੈਣਾ ਨਾ ਉਹਦਾ ਮੈਨੂੰ ਕੋਈ ਆਪਣੇ ਦੱਸੋ ਕਿ ਦੋਨਾਂ ਦੀ ਗਰੋਥ ਕਹਿਣਗੇ ਫਿਰ ਤਾਂ ਹਨਾ ਮਿਲਣਾ ਹੀ ਨਹੀਂਗਾ, ਕਿਉਂਕਿ ਸਾਡੇ ਵਰਗੇ ਬਜ਼ੁਰਗ ਆ ਉਹ ਬੈਠੇ ਉਹ ਕਿਤੇ ਨਾ ਕਿਤੇ ਚੱਕਰ ਕਿਹੜਾ ਕਰ ਸਕਦੇ ਆ। ਬਾਕੀ ਥੋੜਾ ਸ਼ਾਮ ਨੂੰ ਪ੍ਰੋਗਰਾਮ ਉਹ ਵੀ ਦੇਖਦੇ ਆ ਥੋੜਾ ਜਿਹਾ। ਮੈਂ ਇਹਨਾਂ ਨੂੰ ਸਟਾਫ ਨੂੰ ਕਹੋ ਤਕਨੀਕੀ ਆ ਨਾ, ਥੋੜਾ ਮਹੀਨੇ ਤੋਂ ਖੜ ਫਿਰ 2 ਤੁਹਾਡੇ ਵਚਨ ਸੁਣਦੇ ਆ, ਤੀਜਾ ਥੋੜਾ ਸੁਣਦਾ ਨਹੀਂ ਹੁੰਦਾ। ਉਹ ਇੰਡੀਆ ਤੋਂ ਵੀ ਥੋੜਾ ਲਾਈਵ ਦੇਖਦੇ ਆ, ਕਿਉਂਕਿ ਅਸੀਂ ਜੁੜੇ ਰਹੇ ਤੁਹਾਡੇ ਚੈਨਲ ਦੇ ਨਾਲ। ਥੈਂਕ ਯੂ ਜੀ। ਅਸੀਂ ਥੈਂਕ ਯੂ ਸੋ ਮਚ। ਸ਼ਹਿਰ ਦੇ ਵਿੱਚ ਆਓ ਸ਼ਮਸ਼ੇਰ ਸਿੰਘ ਟੱਟ ਕੋਲੇ ਚਾਹ ਪਾਣੀ ਜ਼ਰੂਰ ਪੀ ਕੇ ਜਾਇਓ, ਕਿਤੇ ਵੀ ਚੱਕਰ ਲੱਗ ਜਾਂਦਾ ਹੁੰਦਾ। ਨੋ ਪ੍ਰੋਬਲਮ, ਥੈਂਕ ਯੂ ਜੀ। ਤੁਸੀਂ ਅਸੀਂ ਜੋ ਤਕਨੀਕੀ ਸਾਡੀ ਜਿਹੜੀ ਹੈਗੀ ਟੀਮ ਨੂੰ ਮੈਂ ਦੱਸ ਦਿੰਦਾ ਜੀ ਕਿ ਸਾਡੇ ਨੁਕਸ ਹੁੰਦਾ ਤੇ ਜਿਹੜਾ ਤੁਸੀਂ ਕੋਈ ਵੀ ਤੁਹਾਡਾ ਸਟਾਫ ਦਾ ਮੈਂਬਰ ਹੁੰਦਾ ਸ਼ਮਸ਼ੇਰ ਸਿੰਘ ਟੱਟ ਤੇ ਜ਼ਰੂਰ ਚਾਹ ਪਾਣੀ ਪੀ ਕੇ ਜਾਇਓ। ਮਹਾਰਾਜ ਜੀ ਆਪਣੇ ਇੱਥੇ ਨਾ ਇੱਥੇ ਹੀ ਕੁਛ ਰਹਿ ਜਾਣਾ, ਮਗਰ ਉਹ 4 ਗੱਲਾਂ ਹੀ ਆ ਜਿਉਂਦੇ ਬਾਜੇ ਰਹੋ ਦਿਨ ਜੁਗਲੀ ਰਾਤ ਚੁਗਲੀ ਬਾਕੀ ਪ੍ਰਮਾਤਮਾ। ਥੈਂਕ ਯੂ ਸਰ। ਥੈਂਕ ਯੂ ਜੀ ਸੋ ਨਾਈਸ ਆਫ ਯੂ। ਥੈਂਕ ਯੂ ਜੀ। ਤੁਹਾਨੂੰ ਮੈਨੂੰ ਇੱਕ ਜਿਹੜੇ ਪਾਸ ਦੀ ਗੱਲ ਕੀਤੀ ਹੈ ਜੀ, ਆਪਣਾ ਸਮਾਂ ਹੋ ਗਿਆ। ਪਾਸ ਦੀ ਇਹਨਾਂ ਨੇ ਗੱਲ ਕੀਤੀ ਹੈ ਵੀ ਉਹ ਕਿਹੜੇ ਪਾਸ ਦੀ ਗੱਲ ਕਰਦੇ ਆ? ਮੇਰਾ ਖਿਆਲ ਜਾਂ ਤੇ ਬੱਸ ਪਾਸ ਦੀ ਗੱਲ ਕਰਦੇ ਹੋਣਗੇ। ਹਾਂਜੀ। ਪਰ ਤੁਸੀਂ ਮਹਾਰਾਜ ਮੇਰਾ ਨੰਬਰ ਤੁਸੀਂ ਮੈਨੂੰ ਕਾਲ ਕਰ ਲਿਓ ਬਾਅਦ ਦੇ ਵਿੱਚ, ਪੂਰੀ ਗੱਲ ਫੇਰ ਕਰ ਲਾਂਗੇ। ਤੁਸੀਂ ਲਿਦਰ ਸਾਹਿਬ ਤੁਸੀਂ ਨੰਬਰ ਦੇ ਦਿਓ। ਹਾਂ 416 ਹਾਂਜੀ 706 6702
ਲਓ ਜੀ 4167066702 ਤੇ ਤੁਸੀਂ ਲਿਦਰ ਸਾਹਿਬ ਨੂੰ ਕਾਲ ਕਰ ਰਹੇ ਤੁਹਾਨੂੰ ਸਾਰੀ ਗੱਲ ਤੁਹਾਨੂੰ ਸਾਰੀ ਸਮਝਾ ਦੇਣਗੇ ਜੀ। ਤੁਸੀਂ 4:15 ਵਜੇ ਤੋਂ ਬਾਅਦ 5:15 ਵਜੇ ਤੋਂ ਬਾਅਦ ਤੁਸੀਂ ਫੋਨ ਕਰ ਲਿਓ ਸਾਡੇ ਟੋਰਾਂਟੋ ਦੇ ਟਾਈਮ ਮੁਤਾਬਕ ਮਹੀਨੇ ਅਗਲੇ 15-20 ਮਿੰਟਾਂ 'ਚ ਤੁਸੀਂ ਫੋਨ ਕਰ ਸਕਦੇ ਹੋ ਜੀ। ਗੱਲਾਂ ਤਾਂ ਆਪਣੀਆਂ ਹੋਰ ਵੀ ਬਹੁਤ ਕਰਨ ਵਾਲੀਆਂ ਸੀਗੀਆਂ, ਫਿਰ ਅਗਲੀ ਵਾਰੀ ਸੀ ਟਾਈਮ ਹੋ ਗਿਆ। ਹਾਂਜੀ ਸਮਾਂ ਹੋ ਗਿਆ। ਆਪਣੀਆਂ ਜਿਹੜੀਆਂ ਜਿੰਨਾਂ ਤੁਸੀਂ ਕਾਲ ਕੀਤੀ ਹੈ ਜੀ ਥੈਂਕ ਯੂ ਵੈਰੀ ਮਚ। ਅਸੀਂ ਤੁਹਾਡੀ ਪਾਰਟਿਸਿਪੇਟ ਚਾਹੀਦੀ ਹੈ ਜੀ ਕਿਉਂਕਿ ਅਸੀਂ ਇਹ ਸਾਡਾ ਖੁੱਲ੍ਹਾ ਫੋਰਮ ਹੈ ਜੀ। ਅਸੀਂ ਚਾਹੁੰਦੇ ਹਾਂ ਵੀ ਜਿਹੜੀ ਵੀ ਕੋਈ ਸੀਨੀਅਰਸ ਦੇ ਨਾਲ ਸੰਬੰਧਿਤ ਗੱਲਾਂ ਹੈਗੀਆਂ ਨੇ ਅਸੀਂ ਉਹਨਾਂ ਨੂੰ ਡਿਸਕਸ਼ਨ ਉਹਨਾਂ ਦੇ ਬਾਰੇ ਕੀਤੀ ਜਾਵੇ, ਉਹਦੇ ਵਿੱਚੋਂ ਕੁਛ ਨਾ ਕੁਛ ਨਿਚੋੜ ਨਿਕਲਦਾ ਫਿਰ ਜੇ ਗੱਲ ਕਰਾਂਗੇ ਤਾਂ ਹੀ ਅੱਗੇ ਉਹਦਾ ਕੋਈ ਇਲਾਜ ਨਿਕਲੇਗਾ। ਜਿਵੇਂ ਹੁਣ ਅੱਜ ਕੱਲ੍ਹ ਪ੍ਰੋਪਰਟੀਜ਼ ਦੀ ਆਪਾਂ ਕੀਤੀ ਹੈ, ਇਹ ਬੜੀ ਵੱਡੀ ਪ੍ਰੋਬਲਮ ਹੈ ਜੀ, ਬਹੁਤ ਜ਼ਰੂਰੀ ਸੀ ਖਾਸ ਕਰਕੇ ਐਨਆਰਆਈਜ਼ ਐਂਡ ਸੀਨੀਅਰਸ ਦੇ ਉਦੋਂ ਵੱਧ ਜਿਹੜੇ ਸੋਚਦੇ ਸੀਗੇ ਕਿ ਅਸੀਂ ਰਿਟਾਇਰ ਹੋ ਕੇ ਉੱਥੇ ਜਾਵਾਂਗੇ ਰਿਹਾ ਕਰਾਂਗੇ, ਉਹ ਕਈ ਵਾਰੀ ਉਹ ਹਾਲਾਤ ਹੁਣ ਨਹੀਂ ਰਹੇ ਹੈਗੇ ਆ। ਉੱਥੋਂ ਦੀ ਪੋਲੀਟੀਕਲ ਸਿਚੁਏਸ਼ਨ ਬੜੀ ਚੇਂਜ ਹੋਈ ਹੈ ਉਹਨਾਂ ਹੁਣ ਉਹ ਗੱਲ ਨਹੀਂ ਹੈਗੀ ਜਿਹੜੀ ਜਦੋਂ ਅਸੀਂ ਜਿਹੜੇ ਭਾਰਤ ਵਰਸ਼ ਚੋਂ ਆਏ ਸੀਗੇ ਉਦੋਂ ਜਿਹੜੇ ਹਾਲਾਤ ਸੀਗੇ। ਹੁਣ ਲੱਗਦਾ ਕਿ ਉਦੋਂ ਥੋੜੀ ਜਿਹੀ ਆਪੋ ਧਾਪੀ ਜ਼ਿਆਦਾ ਪਈ ਹੋਈ ਹੈ। ਸੋ ਹਰ ਕੋਈ ਚਾਹੁੰਦਾ ਵੀ ਮੈਂ ਸੇਫਟੀ ਜ਼ਿਆਦਾ ਚਾਹੀਦੀ ਆ। ਕਿ ਕੋਈ ਹੁਣ ਤੋਂ 30-40 ਸਾਲ ਪਹਿਲਾਂ ਕੌਣ ਸੋਚਦਾ ਸੀ ਵੀ ਕਿਸੇ ਨੂੰ ਕਿਸੇ ਕੇਸ 'ਚ ਫਸਾਇਆ ਜਾਵੇ, ਬਹੁਤ ਘੱਟ ਕੇਸਿਸ ਹੁੰਦੇ ਸੀ ਐਸੇ। ਸੌਰੀ ਹੁਣ ਹਾਲਤ ਇਹ ਹੈ ਕਿ ਡਰਦੇ ਜਾਂਦੇ ਆ ਤੇ ਡਰਦੇ ਆਉਂਦੇ ਆ। ਦੇਖੋ ਇੱਕ ਉਹਨਾਂ ਨੇ ਗੱਲ ਕਹੀ ਸੀ ਨਾ ਪਾਸਪੋਰਟ, ਇੱਕ ਇਹ ਵੀ ਬੜਾ ਚੱਕਰ ਆ, ਪਾਸਪੋਰਟ ਤੁਹਾਡਾ ਜਮ੍ਹਾਂ ਕਰਾ ਲੈਂਦੇ ਤੁਸੀਂ ਇੱਥੇ ਨੂੰ ਵੀ ਨਹੀਂ ਆ ਸਕਦੇ ਜਿੰਨਾ ਚਿਰ ਉਹ ਕਲੀਅਰ ਨਹੀਂ ਕਰਦੇ। ਸਹੀ ਗੱਲ ਹੈ ਜੀ, ਔਰ ਉਹਨਾਂ ਨੂੰ ਪਤਾ ਇਸ ਗੱਲ ਦਾ, ਉਹਨਾਂ ਨੂੰ ਪਤਾ ਸਾਡੇ ਕੋਲ ਟਾਈਮ ਵੀ ਮਹੀਨਾ ਹੀ ਹੁੰਦਾ। ਉਹਨਾਂ ਨੂੰ ਅੱਜ ਫਿਰ ਇੰਨਾ ਹੀ ਕਾਫੀ ਜੀ। ਹਾਂਜੀ ਚਲੋ ਓਕੇ ਜੀ, ਤੁਹਾਡਾ ਸਾਰਾ ਬਹੁਤ ਧੰਨਵਾਦ ਜੀ, ਤੁਸੀਂ ਜੁੜੇ ਰਹੇ ਹੋ। ਤੇ ਕੋਈ ਵੀ ਤੁਹਾਨੂੰ ਬਾਅਦ ਸਵਾਲ ਹੈਗਾ ਤੁਸੀਂ ਸਾਨੂੰ ਫੇਸਬੁੱਕ ਦੇ ਉੱਤੇ ਸਾਨੂੰ ਸਵਾਲ ਕਰ ਸਕਦੇ ਹੋ ਜੀ, ਅਸੀਂ ਤੁਹਾਡਾ ਜਵਾਬ ਜ਼ਰੂਰ ਦੇਵਾਂਗੇ। ਹੋ ਸਕਦਾ ਕੁਝ ਘੰਟੇ ਬਾਅਦ ਹੀ ਜਵਾਬ, ਮੇਰੀ ਕੋਸ਼ਿਸ਼ ਹੁੰਦੀ ਹੈ ਜੀ ਕੋਈ ਵੀ ਸਵਾਲ ਆਵੇ ਅਸੀਂ ਉਸ ਸਵਾਲ ਦਾ ਤੁਹਾਨੂੰ ਜਵਾਬ ਜ਼ਰੂਰ ਦੇਵਾਂਗੇ ਜੀ। ਅਗਲੇ ਮੰਡੇ ਫਿਰ ਮਿਲਾਂਗੇ, ਇਜਾਜ਼ਤ ਦਿਓ ਜੀ, ਸਤਿ ਸ੍ਰੀ ਅਕਾਲ।